ऑन एयर देख रहे सारे दर्शकों का स्वागत है। मैं हाँ सिमी धालीवाल ते लैके हाजिर हो चुके हैं तुहाडे लई तुहाडा अपना प्रोग्राम सांझ सवेर। मेरे नाल मौजूद ने कवलजीत सिद्धू जी। सिद्धू जी सत श्री अकाल। सत श्री अकाल। की हाल चाल है? हाल ठीक है जी, बहुत वधिया। मॉर्निंग शो देख रहे सारे दर्शकों नूं भी असी फतेह दे नाल सांझ पाउंदे होए अज दा प्रोग्राम शुरुआत करते हैं तो जानते हैं कि की कुछ हो रहा है 26 ਦੇ ਗਣਤੰਤਰ ਦਿਵਸ ਪਰੇਡ ਨੂੰ ਲੈ ਕੇ ਇਸੇ ਬਾਰੇ ਹੀ ਚਰਚਾ ਹੋਏਗੀ ਔਰ ਹੋਰ ਕਾਫੀ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਸਿਮੀ ਜੀ ਤੋਂ ਹੀ ਪੁੱਛਦੇ ਆਂ। ਸਿਮੀ ਜੀ ਕਰੀਏ ਸ਼ੁरुआत जी। वैसे एक गल होर मैं कहना चाहूँगी कि उम्मीद है कि सारे राजी खुशी होणगे, चढ़दी कला दे विच होणगे ते नाल नाल ये भी असी जरूर तुहाडे तो उम्मीद रख सकते हैं कि तुसी भी तैयारियां कर रहे होवोगे दिल्ली जाण दी 26 जनवरी दी परेड दे विच जिहड़ी शामिल होण दे लई। तां तुसी तैयारियां दे नाल नाल साडा प्रोग्राम भी देख रहे हो। चंगा लगदा जदों तुहाडे कमेंट आंदे आ कि कवल जी ते जदों तुसी शो नूं पसंद करदे हो तो चंगा लगता। तो नाल ही अज इसे गल दे नाल गल जोड़ लैंदे आ कल दी परेड दीयां तैयारियां जोरां शोरां ते चल रही ने, पर किहड़ियां तैयारियां चल रही ने ਉਹ ਜ਼ਰਾ ਤੁਹਾਡੇ ਤੋਂ ਜਾਣ ਲੈਂਦੇ ਆ। बिल्कुल जी, इस टाइम ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਤਿਆਰੀਆਂ ਜਿਹੜੀਆਂ ਨੇ ਵੱਡੇ ਪੱਧਰ ਤੇ ਚੱਲਦੀਆਂ ਪਈਆਂ ਨੇ। ਇੱਥੋਂ ਹਜ਼ਾਰਾਂ ਟਰੈਕਟਰ ਜਾ ਰਹੇ ਆ ਔਰ ਕਿਸਾਨ ਆਗੂ ਜਿਹੜੇ ਨੇ ਜਦੋਂ ਉਹਨਾਂ ਨਾਲ ਗੱਲਬਾਤ ਹੋ ਰਹੀ ਆ ਤੇ ਉਹਨਾਂ ਤੋਂ ਪਤਾ ਲੱਗਦਾ, ਕਿਉਂਕਿ ਉਹਨਾਂ ਨੂੰ ਵੀ ਉਮੀਦ ਨਹੀਂ ਹੈਗੀ। योगेंद्र यादव जी की गल सामने आई सी, भारतीय किसान यूनियन के बलवीर सिंह राजेवाल होरां दी गल सामने आई। वो कहते भी सानू तो खुद नूं इस बारे पता ही नहीं लग रहा भी किन्ने ट्रैक्टर जिहड़े आ उत्थे पहुँच रहे आ। सो जिहड़ियां तैयारियां आ वो बहुत वड्डे पद्धर दे उत्ते चल रही हैगियां और दिल्ली पुलिस वल्लों जिहड़ियां आ वो बैरीकेड हटा ले गए आ, पत्थर हटा ले गए आ, पर नाल ही ਜਿਹੜੇ ਪ੍ਰਬੰਧ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਸਲੀਕੇ ਨਾਲ ਕੀਤੇ ਗਏ ਔਰ ਉਹਨਾਂ ਪ੍ਰਬੰਧਾਂ ਨੂੰ ਦੇਖਣ ਵਾਸਤੇ ਵਲੰਟੀਅਰ ਟੀਮਾਂ ਜਿਹੜੀਆਂ ਆ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਾਂ ਕਿਸਾਨ ਆਗੂਆਂ ਵੱਲੋਂ ਜਿਹੜੀਆਂ ਬਣਾਈਆਂ ਗਈਆਂ ਉਹ ਟੀਮਾਂ ਪੂਰੀ ਦੇਖ ਰੇਖ ਕਰ ਰਹੀਆਂ। ਕਿਉਂਕਿ ਦੇਖੋ ਐਡਾ ਵੱਡਾ ਸਮਾਗਮ ਸਿਮੀ ਹੋਵੇ ਤਾਂ ਕਹਿ ਸਕਦੇ ਹਾਂ ਛੋਟੀ ਮੋਟੀ ਜਿਹੜੀ ਗੜਬੜ ਦੀ ਜਾਂ ਕੋਈ ਵੀ ਘਟਨਾ ਦੀ ਜਿਹੜੀ ਆਸ਼ੰਕਾ ਵੀ ਹੁੰਦੀ ਆ, ਹੋ ਸਕਦੀ ਹੈ, ਪਰ ਉਹਦੇ ਪ੍ਰਬੰਧ ਜੇ ਪਹਿਲਾਂ ਹੀ ਕਰਕੇ ਰੱਖੇ ਜਾਣ ਤਾਂ ਸ਼ਾਇਦ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਨਹੀਂ ਹੋ ਸਕਦੀ। ਇੱਕ ਤਿਆਰੀਆਂ ਦੇ ਵਿੱਚ ਸਭ ਤੋਂ ਖਾਸ ਗੱਲ ਹੈ ਕਿ ਵੱਡੇ ਪੱਧਰ ਤੇ ਜਿਹੜੀਆਂ ਝਾਕੀਆਂ ਹੈਗੀਆਂ ਉਹ ਵਿਖਾਈਆਂ ਜਾ ਰਹੀਆਂ ਔਰ ਕਿਸਾਨ ਅੰਦੋਲਨ ਦੇ ਜਿਹੜੇ ਦੁੱਖ ਦਰਦ ਹੈ, ਕਿਸਾਨ ਅੰਦੋਲਨ ਦਾ ਜਿਹੜਾ ਸੰਘਰਸ਼ ਇੰਨਾ ਵਿੱਢਿਆ ਹੋਇਆ ਔਰ ਲਗਾਤਾਰ ਗਰਮੀਆਂ ਤੋਂ ਲੈ ਕੇ ਅਸੀਂ ਸਿਆਲਾਂ ਤੱਕ ਆ ਗਏ ਆ, ਉਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਵਿਖਾਇਆ ਜਾ ਰਿਹਾ ਇਹਦੇ ਵਿੱਚ। ਔਰ ਉਹ ਮੁਕੰਮਲ ਰੂਪ ਵਿੱਚ ਜਿਹੜੀਆਂ ਕੁਝ ਟਰੈਕਟਰ ਟਰਾਲੀਆਂ ਹੀ ਜਿਹੜੀਆਂ ਸਜਾਈਆਂ ਗਈਆਂ। ਵੱਡੀ ਗਿਣਤੀ ਵਿੱਚ ਆਗੂਆਂ ਨੇ ਇਹ ਕਿਹਾ ਹੈਗਾ, ਕਿਸਾਨ ਆਗੂਆਂ ਨੇ, ਕਿ ਜਿੰਨੇ ਵੀ ਇਸ ਰੈਲੀ ਦੇ ਵਿੱਚ ਝਾਕੀਆਂ ਵਾਲੇ ਟਰੈਕਟਰ ਟਰਾਲੀਆਂ ਆ ਉਹਨਾਂ ਤੋਂ ਇਲਾਵਾ ਬਾਕੀ ਕਿਸਾਨ, ਕਿਉਂਕਿ ਟਰਾਲੀਆਂ ਸਾਰੇ ਲੈ ਕੇ ਖੜੇ ਆ ਤੇ ਟਰਾਲੀਆਂ ਨਹੀਂ ਲਿਜਾਣੀਆਂ, ਬਾਕੀ ਸਾਰੇ ਟਰੈਕਟਰ ਜਾਣ ਔਰ ਇੱਕ ਟਰੈਕਟਰ ਦੇ ਉੱਤੇ 5 ਤੋਂ ਵੱਧ ਜਿਹੜੇ ਹੈਗੇ ਆ ਉਹ ਸਵਾਰ ਨਹੀਂ ਹੋਣੇ ਚਾਹੀਦੇ। ਦੂਸਰਾ ਨਾਲ ਜੋ ਪ੍ਰਬੰਧ ਕੀਤੇ ਆ ਉਹ ਇਹ ਹੈ ਕਿ ਜੇ ਮੈਂ ਕਹਾਂ ਐਂਬੂਲੈਂਸ ਖਾਸ ਜ਼ਰੂਰਤ ਬਣਦੀ ਆ। ਦੇਖੋ ਕਿਸੇ ਨੂੰ ਵੀ ਕੁਝ ਵੀ ਹੋ ਸਕਦਾ ਹੈਗਾ, ਕਿਉਂਕਿ ਇੰਨੇ ਭਾਰੇ ਇਕੱਠ ਦੇ ਵਿੱਚ ਜਦੋਂ ਜਾਣਾ ਹੈ ਤੇ ਦੁੱਖ ਤਕਲੀਫ ਲਈ ਇਹ ਜ਼ਰੂਰੀ ਆ। ਤਾਂ ਕਾਫੀ ਸਾਰੀ ਜਿਹੜੀਆਂ ਐਂਬੂਲੈਂਸ ਆ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਜਗ੍ਹਾ ਜਗ੍ਹਾ ਦੇ ਉੱਤੇ, ਕਿਉਂਕਿ 3 ਜਗ੍ਹਾ ਦੇ ਉੱਤੇ ਮਨਜ਼ੂਰੀ ਜਿਹੜੀ ਮਿਲੀ ਆ ਉੱਥੇ ਜਿਹੜੀ ਇਹ ਪਰੇਡ ਆ ਉਹ ਕੱਢੀ ਜਾਊਗੀ। ਫਿਰ ਇਸ ਪਰੇਡ ਦੇ ਵਿੱਚ ਇੱਕ ਹੋਰ ਖਾਸ ਗੱਲ ਹੈ ਕਿ ਬੀਬੀਆਂ ਵਾਸਤੇ ਇੱਕ ਅਲੱਗ ਵਿੰਗ ਕੈਂਪ ਕੀਤਾ ਗਿਆ, ਉਹਨਾਂ ਵਾਸਤੇ ਅਲੱਗ ਵਲੰਟੀਅਰਾਂ ਦੀ ਡਿਊਟੀ ਜਿਹੜੀ ਆ ਉਹ ਲਾਈ ਗਈ ਆ ਔਰ ਉਹ ਆਪਣੇ ਤਰੀਕੇ ਨਾਲ ਜਿਹੜੀਆਂ ਬੀਬੀਆਂ ਉਹ ਸ਼ਮੂਲਤ ਕਰਨਗੀਆਂ। ਔਰ ਜਥੇਬੰਦੀ ਜਿਹੜੀ ਆ ਉਹ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਬੀਬੀਆਂ ਵੀ ਇੱਕ ਇਸ ਪਰੇਡ ਦਾ ਹਿੱਸਾ ਬਣ ਰਹੀਆਂ, ਕਿਉਂਕਿ ਇਹ ਇੱਕ ਇਤਿਹਾਸਕ ਪਰੇਡ ਆ ਔਰ ਯਾਦਗਾਰੀ ਪਰੇਡ ਆ ਜਿਹੜੀ ਵਾਕਈ ਮਤਲਬ ਇਤਿਹਾਸ ਵਿੱਚ ਪਹਿਲੀ ਵਾਰੀ ਹੋ ਰਹੀ ਆ। 26 ਜਨਵਰੀ ਦੀ ਇਹ ਪਰੇਡ ਅਸੀਂ ਬਹੁਤ ਵਾਰੀ ਦੇਖਦੇ ਆਏ ਆ 1950 ਤੋਂ ਬਾਅਦ ਲਗਾਤਾਰ, ਪਰ ਇਹ ਇਤਿਹਾਸਕ ਪਰੇਡ ਹੋਊਗੀ ਜਿਹਦੇ ਵੱਲ ਪੂਰੀ ਦੁਨੀਆ ਦਾ ਧਿਆਨ ਆ ਔਰ ਤੁਸੀਂ ਵੀ ਸਾਰੇ ਜ਼ਰੂਰ ਇਸ ਮਾਮਲੇ ਬਾਰੇ ਬਹੁਤ ਜ਼ਿਆਦਾ ਮਨ 'ਚ ਸੋਚੀ ਬੈਠੇ ਹੋਵੋਗੇ ਕਿ ਕੀ ਹੋਊਗਾ, ਕਿੱਦਾਂ ਦੀ ਹੋਊਗੀ। ਅਸੀਂ ਸਾਰੇ ਸ਼ਾਮਲ ਹੋਣਾ ਚਾਹੁੰਦੇ ਇਸ ਪਰੇਡ ਦੇ ਵਿੱਚ। ਹਾਂਜੀ, ਪਰ ਅਸੀਂ ਇੱਥੇ ਬੈਠ ਕੇ ਇਹਨਾਂ ਦੇ ਨਾਲ ਸ਼ਾਮਿਲ ਜ਼ਰੂਰ ਹੋਵਾਂਗੇ। ਹਰ ਇੱਕ ਗੱਲ ਆ ਜਿਹੜੀ 26 ਜਨਵਰੀ ਦੀ ਪਰੇਡ ਨੂੰ ਲੈ ਕੇ ਦਿੱਲੀ ਦੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਇਸੇ ਤਰ੍ਹਾਂ। ਤੇ ਨਾਲ ਹੀ ਇੱਕ ਗੱਲ ਹੋਰ ਵੀ ਜਿਹੜੀ ਤੁਸੀਂ ਬੀਬੀਆਂ ਦੀ ਗੱਲ ਨਾਲ ਜੋੜੀ ਆ, ਉਸ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗੀ ਕਿ ਬੀਬੀਆਂ ਸ਼ਮੂਲੀਅਤ ਹੀ ਨਹੀਂ ਕਰ ਰਹੀਆਂ, ਬੀਬੀਆਂ ਖੁਦ ਟਰੈਕਟਰ ਚਲਾ ਕੇ, ਜੀਪਾਂ ਚਲਾ ਕੇ ਖੁਦ ਉਸ ਪਰੇਡ ਦੇ ਵਿੱਚ ਸ਼ਾਮਿਲ ਹੋਣ ਲਈ ਉੱਥੇ ਦਿੱਲੀ ਬਾਰਡਰਾਂ ਤੇ ਪਹੁੰਚ ਰਹੀਆਂ ਨੇ। ਨਾਲ ਦੀ ਨਾਲ ਇਹ ਤਾਂ ਆਪਾਂ ਕਿਸਾਨਾਂ ਦੀ ਜਿਹੜੀ ਪਰੇਡ ਆ ਉਹਦੇ ਬਾਰੇ ਗੱਲ ਕਰ ਲਈ ਆ, ਪਰ ਹੁਣ ਜਿਹੜੀ ਸਰਕਾਰੀ ਪੱਖੋਂ ਜਿਹੜੀ ਹਰ ਵਾਰ ਪਰੇਡ ਹੁੰਦੀ ਆ ਜਾਂ ਫਿਰ ਹਰ ਵਾਰ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਉਹਦੇ ਬਾਰੇ ਵੀ ਜਾਣਨਾ ਚਾਹਾਂਗੇ ਕਿ ਸਰਕਾਰ ਵੱਲੋਂ ਕਿਹੜੀਆਂ ਤਿਆਰੀਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਸ ਪਰੇਡ ਨੂੰ ਲੈ ਕੇ। ਬਿਲਕੁਲ ਜੀ, ਸਰਕਾਰੀ ਤੌਰ ਦੇ ਉੱਤੇ ਹਰ ਵਾਰ ਦੀ ਤਰ੍ਹਾਂ ਜੋ ਗਣਤੰਤਰ ਦਿਵਸ ਤੇ ਲਾਲ ਕਿਲੇ ਦੇ ਵਿੱਚ ਤਿਆਰੀਆਂ ਹੁੰਦੀਆਂ ਆ ਉੱਥੇ ਪਰੇਡ ਜਿਹੜੀ ਆ ਉਹ ਖਾਈ ਜਾਂਦੀ ਆ। ਅਸੀਂ ਦੇਖਦੇ ਹਾਂ ਕਿ
ਹਰ ਵਾਰ ਅਸੀਂ ਹੁਣ ਤੱਕ ਦੇਖੋ, ਅਸੀਂ ਦੂਰਦਰਸ਼ਨ ਦੇ ਜ਼ਮਾਨੇ ਦੀ ਗੱਲ ਕਰ ਲਈਏ ਤੇ ਅਸੀਂ ਟੈਲੀਵਿਜ਼ਨ ਤੇ ਬਹੁਤ ਚਾਹ ਹੁੰਦਾ ਸੀ ਵੀ ਅੱਜ 15 ਅਗਸਤ ਹੈ ਜਾਂ ਅੱਜ 26 ਜਨਵਰੀ ਆ, ਉਹਦੀ ਪਰੇਡ ਵੇਖਾਂਗੇ। ਔਰ ਸਵੇਰੇ ਸਵੇਰੇ, ਕਿਉਂਕਿ ਜੇ ਨਹੀਂ ਸ਼ਾਮਲ ਹੁੰਦੇ ਸੀ ਠੀਕ ਹੈ, ਜਦੋਂ ਬੱਚੇ ਸੀਗੇ ਸਕੂਲਾਂ ਕਾਲਜਾਂ ਤੱਕ ਪੜ੍ਹਦੇ ਨੇ ਉਦੋਂ ਤੱਕ ਅਸੀਂ ਵੀ ਸ਼ਾਮਲ ਹੁੰਦੇ ਰਹੇ, ਪਰ ਬਾਅਦ ਵਿੱਚ ਤਾਂ ਇਹੀ ਸੀਗਾ ਵੀ ਟੀਵੀ ਦੇ ਜ਼ਰੀਏ ਹੀ ਇੱਕ ਜਿਹੜੀ ਸੀ ਇਸ ਪਰੇਡ ਨੂੰ ਵੇਖਣ ਦਾ ਮੌਕਾ ਮਿਲਦਾ ਸੀ ਔਰ ਬਹੁਤ ਸਾਰੀਆਂ ਵੰਨਗੀਆਂ ਉਹ 'ਚ ਦੇਖਣ ਨੂੰ ਮਿਲਦੀਆਂ ਸੀ। ਵੱਡੀ ਪੱਧਰ ਦੇ ਉੱਤੇ ਮਹਿਮਾਨ ਜਿਹੜੇ ਆ ਵੱਖ-ਵੱਖ ਪਾਰਟੀਆਂ ਦੇ ਲੋਕ ਜਿਹੜੇ ਆ ਉਹ ਤੇ ਸ਼ਾਮਲ ਹੋ ਰਹੇ ਆ ਔਰ ਅਫਸਰ ਔਰ ਤਿੰਨੇ ਜਿਹੜੀਆਂ ਸੇਵਾਵਾਂ ਆਪਣੀਆਂ ਹੈਗੀਆਂ, ਤਿੰਨੇ ਸੇਨਾਵਾਂ ਦੀ ਗੱਲ ਕਰ ਲਈਏ, ਭਾਰਤੀ ਫੌਜ ਦੀਆਂ ਤਿੰਨੇ ਸੇਨਾਵਾਂ ਜਿਹੜੀਆਂ ਆਪੋ ਆਪਣੀਆਂ ਝਾਕੀਆਂ ਲੈ ਕੇ ਜਿੱਥੇ ਆ ਰਹੀਆਂ, ਉੱਥੇ ਵੱਖ-ਵੱਖ ਰਾਜ ਵੀ ਆਪਣੀਆਂ ਝਾਕੀਆਂ ਲੈ ਕੇ ਆ ਰਹੇ ਨੇ। ਪਰ ਇਸ ਵੀ ਐਤਕੀ ਇੱਕ ਖਾਸ ਗੱਲ ਜਿਹੜੀ ਉਹ ਹੋਣ ਜਾ ਰਹੀ ਹੈ ਕਿ ਪਹਿਲੀ ਵਾਰੀ ਪੱਛਮੀ ਬੰਗਾਲ ਦੀ ਜਿਹੜੀ ਗੱਲ ਕਰ ਲਈਏ, ਉਹਨਾਂ ਦੀ ਜਿਹੜੀ ਝਾਕੀ ਆ ਸੈਨਾ ਦੀ, ਉਹ ਵੀ ਵਿੱਚ ਇਹਦੇ ਸ਼ਾਮਲ ਹੋ ਰਹੀ ਹੈ। ਬੰਗਲਾਦੇਸ਼ ਦੀ ਮਾਫ ਕਰਨਾ, ਬੰਗਲਾਦੇਸ਼ ਜਿਹੜੀ ਝਾਕੀ ਉਹ ਪਹਿਲੀ ਵਾਰੀ ਇਸ ਵਿੱਚ ਸ਼ਾਮਲ ਹੋ ਰਹੀ ਹੈ ਔਰ ਇਸ ਨੂੰ ਪਹਿਲੀ ਵਾਰੀ ਸ਼ਾਮਲ ਕਰਕੇ ਸ਼ਾਇਦ ਉਹ ਵੀ ਆਪਣੀ ਸੈਨਾ ਦਾ ਸਾਰਾ ਹੀ ਉਹ ਪੱਖ ਰੱਖਣਗੇ ਵੀ ਕਿਸ ਤਰੀਕੇ ਉਹਨਾਂ ਦੀ ਸੈਨਾ। ਪਰ ਇੱਕ ਚੀਜ਼ ਐਤਕੀ ਸ਼ਾਮਲ ਨਹੀਂ ਕੀਤੀ ਜਾ ਰਹੀ ਕਿਉਂਕਿ ਅਸੀਂ ਜਦੋਂ ਐਨਸੀਸੀ ਦੇ ਵਿੱਚ ਸੀਗੇ ਜਾਂ ਇਸ ਤਰ੍ਹਾਂ ਦੇ ਯੂਥ ਵਿੱਚ ਸੀਗੇ, ਉਦੋਂ ਇਹ ਖਾਸੀਅਤ ਹੁੰਦੀ ਸੀ ਵੀ ਕੋਈ ਇਸ ਤਰ੍ਹਾਂ ਦੇ ਬੱਚੇ ਵੀ ਅੱਗੇ ਆਉਣੇ ਚਾਹੀਦੇ ਆ ਜਿਹੜੇ ਦੇਸ਼ ਦੇ ਵਿੱਚ ਜਿਨ੍ਹਾਂ ਨੇ ਕੋਈ ਇਸ ਤਰ੍ਹਾਂ ਦਾ ਮਾਰਕਾ ਮਾਰਿਆ ਹੋਇਆ, ਜਿਨ੍ਹਾਂ ਨੂੰ ਅਸੀਂ ਬਹਾਦਰ ਬੱਚੇ ਕਹਿ ਸਕਦੇ ਹਾਂ। ਪਰ ਇਹ ਪਹਿਲੀ ਵਾਰੀ ਹੋਇਆ ਕਿ ਜਿੰਨੀਆਂ ਵੀ ਹੁਣ ਤੱਕ ਇਹ ਝਾਕੀਆਂ ਨਿਕਲੀਆਂ ਗਣਤੰਤਰ ਦਿਵਸ ਦੇ ਉੱਤੇ, ਚਾਹੇ 15 ਅਗਸਤ ਦੇ ਉੱਤੇ, ਉਹ ਕਦੇ ਨਹੀਂ ਹੋਇਆ ਕਿ ਬੱਚੇ ਸ਼ਾਮਲ ਨਾ ਕੀਤੇ ਗਏ ਹੁਣ। ਪਰ ਇਸ ਵਾਰੀ ਪਹਿਲੀ ਵਾਰੀ ਹੈ ਕਿ ਬਹਾਦਰ ਬੱਚਿਆਂ ਦੀ ਜਿਹੜੀ ਆ ਉਹ ਸ਼ਮੂਲੀਅਤ ਨਹੀਂ ਹੋ ਰਹੀ ਕਿਤੇ। ਐਤਕੀ ਇਹ ਥੋੜੀ ਜਿਹੀ ਘਾਟ ਜਿਹੜੀ ਆ ਉਹ ਰੜਕੂਗੀ, ਕਮੀ ਨਜ਼ਰ ਆਊਗੀ। ਬਾਕੀ ਵੱਡੇ ਪੱਧਰ ਤੇ ਜਿਹੜੀਆਂ ਤਿਆਰੀਆਂ ਆ ਉਹ ਹੋ ਰਹੀਆਂ ਤੇ ਨਾਲ ਜੁੜਦੀ ਮੈਂ ਗੱਲ ਦੱਸਦੇ ਹਾਂ ਕਿ ਜਿਹੜੀ ਇਹ ਪਰੇਡ ਹੈ ਉਸ ਦਿਨ ਜਿਹੜੀ ਕੀਤੀ ਜਾਊਗੀ, ਸਭ ਤੋਂ ਪਹਿਲਾਂ ਜਿਹੜੇ ਸਰਕਾਰੀ ਸਮਾਗਮ ਆ ਉਹ ਹੋਣਗੇ। ਪਹਿਲਾਂ ਗਣਤੰਤਰ ਦਿਵਸ ਦਾ ਜਿਹੜਾ ਝੰਡਾ ਜਿਹੜਾ ਉੱਥੇ ਚਲਾਇਆ ਜਾਂਦਾ ਹੈਗਾ, ਉੱਥੇ ਜਿਹੜੀ ਪਰੇਡ ਜਾਂ ਝਾਕੀਆਂ ਜਿਹੜੀਆਂ ਕੱਢੀਆਂ ਜਾਂਦੀਆਂ ਉਹ ਮੁਕੰਮਲ ਹੋਣ ਤੋਂ ਬਾਅਦ ਫਿਰ ਜਿਹੜੀ ਕਿਸਾਨ ਪਰੇਡ ਆ, ਜਿਹੜੀ ਇਹ ਟਰੈਕਟਰ ਰੈਲੀ ਕੀਤੀ ਜਾ ਰਹੀ ਹੈ, ਟਰੈਕਟਰ ਪਰੇਡ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਫਿਰ ਇਹਨੂੰ ਕੱਢਿਆ ਜਾਏਗਾ। ਜੀ ਨਾਲ ਹੀ ਗੱਲ ਕਰ ਰਹੇ ਕਿ ਕਿਸਾਨ ਪਰੇਡ ਜਿਹੜੀ ਹੋਣ ਜਾ ਰਹੀ ਹੈ ਉਹ ਕਿਹੜੇ ਰੂਟਾਂ ਤੇ ਹੋਣ ਜਾ ਰਹੀ ਹੈ, ਇਹ ਵੀ ਦਰਸ਼ਕਾਂ ਨੂੰ ਪਤਾ ਹੋਣਾ ਜ਼ਰੂਰੀ ਹੈ ਕਿਉਂਕਿ ਕਈ ਇੱਥੋਂ ਹਜੇ ਚੱਲਣ ਲਈ ਤਿਆਰ ਹੋਣਗੇ, ਕਈ ਜਾਣ ਲਈ ਤਿਆਰ, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਹੋਰ ਜਗ੍ਹਾ ਜਾਣ ਤੋਂ ਬਜਾਏ ਉਹ ਸਿੱਧੇ ਰੂਟ ਤੇ ਪਹੁੰਚਣ ਜਿੱਥੇ ਉਹਨਾਂ ਦੀ ਪਰੇਡ ਹੋਣੀ ਹੈ, ਹਨਾ। ਇਸ ਬਾਰੇ ਜਾਣਨਾ ਚਾਹਾਂਗੇ ਕਿਹੜੀਆਂ ਜਿਹੜੀਆਂ ਪਰੇਡ ਦੇ ਲਈ ਰੂਟ ਆ ਜਿਹੜੇ ਉਹ ਕਿਹੜੇ ਮੁਕੰਮਲ ਕੀਤੇ ਗਏ ਆ। ਬਿਲਕੁਲ, ਦੇਖੋ ਮੁਕੰਮਲ ਮੀਟਿੰਗ ਜਿਹੜੀ ਸੀਗੀ ਕਿਸਾਨ ਆਗੂਆਂ ਦੀ ਪੁਲਿਸ ਦੇ ਨਾਲ ਪਰਸੋਂ ਹੋਈ ਸੀਗੀ, ਪਰ ਕੱਲ ਇੱਕ ਛੋਟੀ ਮੀਟਿੰਗ ਜਿਹੜੀ ਆ ਹੋਈ ਆ, ਉਹਦੇ ਵਿੱਚ ਵੀ ਸਾਰੇ ਜਿਹੜੇ ਆ ਰੂਟ ਉਹ ਬਣਾਤੇ, ਉਹਦਾ ਇੱਕ ਨਕਸ਼ਾ ਜਿਹੜਾ ਹੈਗਾ ਉਹ ਸੋਸ਼ਲ ਮੀਡੀਆ ਉੱਤੇ ਵੀ ਮੈਂ ਜ਼ਰੂਰ ਕਹੂੰਗਾ ਕਿ ਸਾਰੇ ਜਿਹੜੇ ਉਸ ਰੈਲੀ ਵਿੱਚ ਸ਼ਾਮਲ ਹੋ ਰਹੇ ਆ ਉਹ ਨਕਸ਼ਾ ਜਿਹੜਾ ਉਹ ਜ਼ਰੂਰ ਦੇਖ ਲੈਣ। ਤੇ ਖਾਸ ਤੌਰ ਤੇ ਜਿਹੜੀਆਂ 3 ਥਾਵਾਂ ਤੇ ਮਨਜ਼ੂਰੀ ਦਿੱਤੀ ਗਈ ਆ ਵੀ ਉੱਥੇ ਜਿਹੜੀ ਆ ਟਰੈਕਟਰ ਪਰੇਡ ਕਰ ਸਕਦੇ ਆ ਔਰ ਕਿਸ ਤਰੀਕੇ ਨਾਲ, ਕਿਉਂਕਿ ਟਰੈਕਟਰ ਹੀ ਇਕੱਲੇ ਲੈ ਕੇ ਜਾਣੇ, ਉਹਦੇ ਵਿੱਚ ਟਰਾਲੀਆਂ ਸਿਰਫ ਉਹੀ ਸ਼ਾਮਲ ਹੋਣਗੀਆਂ ਜਿਹੜੀਆਂ ਝਾਕੀਆਂ ਵਾਲੀਆਂ ਹੋਣਗੀਆਂ। ਇਸ ਤੋਂ ਇਲਾਵਾ ਇਹ ਆ ਕਿ ਪ੍ਰਬੰਧ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਉੱਥੇ ਕੀਤੇ ਗਏ ਆ ਔਰ ਇਸ ਦੇ ਵਿੱਚ ਸਾਰੀ ਜਿਹੜੀ ਆ ਭਾਰਤੀ ਕਿਸਾਨ ਯੂਨੀਅਨ ਦੇ ਜਿੰਨੇ ਆਗੂ ਸੀ ਉਹਨਾਂ ਨੇ ਮੀਟਿੰਗ ਤੋਂ ਬਾਅਦ ਇਹ ਤੈਅ ਕੀਤਾ ਪੁਲਿਸ ਦੇ ਨਾਲ ਕਿ ਕਿਹੜੀ ਜਗ੍ਹਾ ਤੇ ਕੀ ਪ੍ਰਬੰਧ ਹੋਊਗਾ। ਕਰੀਬ ਅਸੀਂ ਜੇ ਦੇਖਿਆ ਜਾਵੇ ਤੇ ਵਲੰਟੀਅਰ ਜਿਹੜੇ ਆ ਉਹ ਕਾਫੀ ਤਾਦਾਦ ਵਿੱਚ ਕਿਸਾਨ ਆਗੂਆਂ ਨੇ ਉੱਥੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ। ਬਾਕੀ ਅਗਰ ਮੈਂ ਪੁਲਿਸ ਦੀ ਗੱਲ ਵੀ ਕਹਾਂ ਤਾਂ ਪੁਲਿਸ ਵੱਲੋਂ ਵੀ ਵੱਡੇ ਪੱਧਰ ਦੇ ਉੱਤੇ ਪ੍ਰਬੰਧ ਕੀਤੇ ਗਏ ਆ। ਇੱਕ ਪਾਸੇ ਜਿੱਥੇ ਅਸੀਂ ਐਂਬੂਲੈਂਸ ਦੀ ਗੱਲ ਕੀਤੀ ਸੀ ਉੱਥੇ ਪੁਲਿਸ ਵੱਲੋਂ ਵੀ ਦੇਖਿਆ ਜਾ ਰਿਹਾ ਹੈਗਾ, ਉਹ ਕੈਮਰੇ ਵੀ ਲਾਏ ਗਏ ਆ ਔਰ ਸੂਈਆ ਏਜੰਸੀਆਂ ਜਿਹੜੀਆਂ ਉਹ ਵੀ ਆਪਣੇ ਤੌਰ ਦੇ ਉੱਤੇ ਜਿਹੜੀ ਆ ਉਹ ਇਸ ਦੀ ਦੇਖ ਰੇਖ ਕਰ ਰਹੀਆਂ ਕਿ ਕੋਈ ਵੀ ਗੜਬੜੀ ਹੋਣ ਦੀ ਜਿਹੜੀ ਸ਼ੰਕਾ ਹੋਣ ਦੇ ਉੱਤੇ ਉਸ ਸਥਿਤੀ ਨੂੰ ਕਿਸ ਤਰੀਕੇ ਕਾਬੂ ਪਾਇਆ ਜਾ ਸਕਦਾ। ਸੋ ਜਿਹੜੇ ਵੱਖ-ਵੱਖ ਬਾਰਡਰ ਅਸੀਂ ਗੱਲ ਕਰ ਰਹੇ ਹਾਂ, ਜਿੱਥੋਂ ਵੀ ਇਹ ਮੋਰਚਾ ਚੱਲ ਰਿਹਾ ਹੈਗਾ ਉੱਥੇ ਮੁਕੰਮਲ ਜਿਹੜੇ ਆ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸੋ ਜਿੱਥੇ ਸੋਸ਼ਲ ਮੀਡੀਆ ਦੀ ਗੱਲ ਆਉਂਦੀ ਆ, ਨਾਲ ਹੀ ਉੱਥੇ ਇਹ ਆ ਕਿ ਤੁਸੀਂ ਇਸ ਚੀਜ਼ ਦੇ ਉੱਤੇ ਜ਼ਰੂਰ ਨਜ਼ਰ ਰੱਖਣੀ ਹੈਗੀ ਵੀ ਜਿਸ ਤਰੀਕੇ ਦੀ ਅਗਵਾਈ ਕਰਨ ਲਈ ਤੁਹਾਡੇ ਨਾਲ ਵਲੰਟੀਅਰ ਜਿਹੜੇ ਆ ਡਿਊਟੀਆਂ ਨਿਭਾ ਰਹੇ ਆ, ਉਹਨਾਂ ਦੀ ਜਿਸ ਤਰੀਕੇ ਨਾਲ ਹੀ ਉਹ ਸਲੀਕਾ ਔਰ ਇੱਕ ਤਰੀਕੇ ਦੇ ਨਾਲ ਗੱਲ ਕੀਤੀ ਆ ਇਸ ਮੀਟਿੰਗ ਤੋਂ ਬਾਅਦ ਕਿ ਕਿਸ ਤਰੀਕੇ ਦੇ ਵਿੱਚ ਅਸੀਂ ਚੱਲਣਾ, ਕਿਸ ਤਰੀਕੇ ਅਸੀਂ ਇਸ ਨੂੰ ਅੰਦੋਲਨ ਨੂੰ ਸਫਲ ਬਣਾਉਣਾ। ਸੋ ਉਸ ਤਰੀਕੇ ਨੂੰ ਮੱਦੇਨਜ਼ਰ ਰੱਖ ਕੇ ਹੀ ਮੈਂ ਕਹੂੰਗਾ ਜ਼ਰੂਰ ਔਨ 에ਅਰ ਦੇ ਜ਼ਰੀਏ ਵੀ ਜਿੰਨੇ ਵੀ ਕਿਸਾਨ ਵੀਰ ਇਸ ਦੇ ਵਿੱਚ ਸ਼ਾਮਲ ਹੋ ਰਹੇ ਆ ਉਹਨਾਂ ਚੀਜ਼ਾਂ ਦਾ ਖਾਸ ਤੌਰ ਤੇ ਇਹਤਿਆਤ ਵਰਤਣੀ ਹੈਗੀ ਆ। ਜ਼ਿੰਦਗੀ ਦਾ ਜਿਹੜਾ ਹੈਗਾ ਖਿਆਲ ਅਸੀਂ ਕੱਲ ਵੀ ਗੱਲ ਕੀਤੀ ਸੀ, ਅੱਜ ਇੱਕ ਵਾਰ ਫੇਰ ਕਹਾਂਗੇ ਕਿ ਸਪੀਡ ਦੇ ਉੱਤੇ ਜ਼ਰੂਰ ਕੰਟਰੋਲ ਕਰਨਾ ਹੈਗਾ। ਸਲੀਕਾ ਵੱਡੀ ਜ਼ਿੰਦਗੀ ਆ, ਅਸੀਂ ਇਹ ਸਲੀਕਾ ਦਿਖਾਉਣਾ ਆ
ਕਿ ਜੇ ਪੰਜਾਬ ਇਸ ਪਰੇਡ ਦੇ ਵਿੱਚ ਸ਼ਾਮਲ ਹੋ ਰਿਹਾ, ਦੇਸ਼ ਦੇ ਕਿਸਾਨ ਇਸ ਪਰੇਡ 'ਚ ਸ਼ਾਮਲ ਹੋ ਰਿਹਾ, ਤੇ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਇਹ ਸਲੀਕਾ ਦਿਖਾ ਕੇ ਆਉਣਗੇ ਕਿ ਸਾਡੇ ਵਿੱਚ ਇੱਕ ਸਲੀਕਾ ਔਰ ਅਨੁਸ਼ਾਸਨ ਵੀ ਹੈ। ਜੀ ਬਿਲਕੁਲ, ਇੰਨੇ ਸਮੇਂ ਤੋਂ ਅਨੁਸ਼ਾਸਨ ਸਲੀਕਾ ਜ਼ਰੂਰ ਦਿਖ ਰਿਹਾ ਨੌਜਵਾਨਾਂ ਦੇ ਵਿੱਚ, ਜਿਨ੍ਹਾਂ ਨੂੰ ਨਸ਼ੇੜੀ ਤੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਇਹ ਜਿਹੜੀ ਜਵਾਨੀ ਹੈ ਖਤਮ ਹੋ ਚੁੱਕੀ ਹੈ, ਜਵਾਨੀ ਹੈ ਜਿਹੜੀ ਇਹ ਨਸ਼ਿਆਂ 'ਚ ਗੁਲਤਾਨ ਹੋ ਚੁੱਕੀ ਹੈ। ਪਰ ਜਿਹੜੀ ਹੁਣ ਜਵਾਨੀ ਉੱਥੇ ਬਾਰਡਰਾਂ ਤੇ ਬੈਠੀ ਆ, ਉਸ ਜਵਾਨੀ ਨੇ ਸਾਬਿਤ ਕਰ ਦਿੱਤਾ ਕਿ ਪੰਜਾਬ ਦੀ ਕੌਮ ਹਮੇਸ਼ਾ ਹੀ ਅਣਖੀ ਰਹੀ ਆ ਤੇ ਆਪਣੇ ਜਿਹੜੇ ਹੱਕਾਂ ਦੇ ਲਈ ਲੜਨ ਦੇ ਲਈ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਔਰ ਵੇਖ ਕੇ ਲੱਗਦਾ, ਵੇਖੋ ਕਿੰਨੀ ਖੁਸ਼ੀ ਦੀ ਗੱਲ ਲੱਗਦੀ ਹੈਗੀ ਕਿ ਸੱਚੀ ਮੁੱਚੀ ਇਹ ਜਿਹੜੀ ਸਿੰਮੀ ਜੀ ਹੋਰਾਂ ਨੇ ਗੱਲ ਕੀਤੀ ਹੈ ਕਿ ਕਿਸ ਤਰੀਕੇ ਦਾ ਸਾਡੇ ਉੱਤੇ ਇੱਕ ਇਲਜ਼ਾਮ ਲਾਇਆ ਜਾ ਰਿਹਾ ਸੀਗਾ। ਇਸ ਕਿਸਾਨ ਅੰਦੋਲਨ ਨੇ ਅਸੀਂ ਵਾਰ-ਵਾਰ ਜਿਹੜੀਆਂ ਪੰਜਾਬ ਦੀਆਂ ਮਾਵਾਂ ਵੀ ਉਹਦਾ ਅਸੀਂ ਵੀ ਬਹੁਤ ਸ਼ੁਕਰ ਕਰਦੀਆਂ ਹੈਗੇ, ਵੀ ਸ਼ੁਕਰ ਹੈ, ਮਾਪੇ ਸ਼ੁਕਰ ਕਰਦੇ ਆ ਕਿ ਜਿਹੜੇ ਉਹ ਧੀਆਂ ਪੁੱਤ ਸੀ, ਜਿਹੜੇ ਖਾਸ ਤੌਰ ਤੇ ਲੜਕਿਆਂ ਦੇ ਉੱਤੇ ਗੱਲ ਆਉਂਦੀ ਪਈ ਸੀ ਔਰ ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣੀਆਂ, ਉਹ ਚੀਜ਼ ਨੂੰ ਮੋੜਾ ਪਿਆ। ਅੱਜ ਖੁਸ਼ੀ ਆ ਕਿ ਪੰਜਾਬ ਦੇ ਨੌਜਵਾਨ ਇੱਕ ਇਤਿਹਾਸਕ ਮੂਵਮੈਂਟ ਨਾਲ ਜੁੜ ਕੇ ਉਹ ਸਾਰੀਆਂ ਚੀਜ਼ਾਂ ਭੁੱਲ ਚੁੱਕੇ ਆ ਔਰ ਇੱਕ ਨਵਾਂ ਪੰਜਾਬ ਜਿਹੜਾ ਹੈ ਨਾ ਉਹ ਕਾਇਮ ਹੋ ਰਿਹਾ। ਉਸ ਨਵੇਂ ਪੰਜਾਬ ਦੀ ਅਸੀਂ ਕਲਪਨਾ ਕਰਕੇ ਬਾਗੋ ਬਾਗ ਹੋ ਰਹੇ। ਬਿਲਕੁਲ, ਇੱਥੇ ਬੱਬੂ ਮਾਨ ਦੀ ਇੱਕ ਗੱਲ ਦਾ ਜ਼ਿਕਰ ਕਰਨਾ। ਬੱਬੂ ਮਾਨ ਹਮੇਸ਼ਾ ਇੱਕ ਗੱਲ ਸਟੇਜ ਤੋਂ ਕਹਿੰਦਾ ਹੈ, ਕਿਸਾਨੀ ਸਟੇਜ ਤੇ ਜਦੋਂ ਵੀ ਉਹ ਬੋਲਦਾ ਹੈ ਕਿ ਸਾਡਾ ਪੰਜਾਬ ਆ, ਸਾਡੇ ਬੱਚੇ ਨੇ, ਸਾਡੀ ਨੌਜਵਾਨੀ ਆ, ਸਾਡੇ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਨੌਜਵਾਨ ਨਸ਼ੇੜੀ ਆ, ਮਾਂ-ਬਾਪ ਕਹਿ ਸਕਦਾ ਕਿ ਸਾਡਾ ਪੁੱਤ ਨਸ਼ੇੜੀ ਆ, ਪਰ ਕੋਈ ਬਗਾਨਾ ਆ ਕੇ ਕਹਿ ਜੇ ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਕਿਉਂਕਿ ਲਗਾਤਾਰ ਹਰ ਕੋਈ ਇਨਸਾਨ ਕਹਿੰਦਾ ਹੈ ਕਿ ਪੰਜਾਬ ਤਾਂ ਜੀ ਨਸ਼ੇ 'ਚ ਗੁਲਤਾਨ ਹੋ ਗਿਆ, ਹੁਣ ਉਸਦੀ ਜਵਾਨੀ ਦਾ ਜਾਂ ਫਿਰ ਹੁਣ ਉਸਦੇ ਵਜੂਦ ਦਾ ਕੋਈ ਨਹੀਂ ਰਹਿ ਗਿਆ, ਹਨਾ। ਸਾਰੇ ਪੰਜਾਬ ਦੇ ਨੌਜਵਾਨ ਜਿਹੜੇ ਆਈਲੈਟਸ ਕਰ ਕਰਕੇ ਬਾਹਰ ਤੁਰੇ ਜਾਂਦੇ ਆ ਵਿਦੇਸ਼ਾਂ ਦੇ ਵਿੱਚ, ਪਰ ਹੁਣ ਜਿਹੜੀ ਨੌਜਵਾਨੀ ਸਾਹਮਣੇ ਆ ਰਹੀ ਆ ਤੇ ਉਹਨਾਂ ਦਾ ਜਜ਼ਬਾ ਸਾਹਮਣੇ ਆ ਰਿਹਾ, ਆਪਾਂ ਦੇਖਦੇ ਹੀ ਆ ਕਿ ਉਹਨਾਂ ਦੀ ਲਗਾਤਾਰ ਇੰਟਰਵਿਊਜ਼ ਵੀ ਹੁੰਦੀਆਂ ਨੇ ਤੇ ਆਪਾਂ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੂੰ ਦੇਖਦੇ ਆ ਕਿ ਬਹੁਤ ਵਧੀਆ ਲੱਗਦਾ ਹੈ ਕਿ ਜਦੋਂ ਸਾਡੀ ਨੌਜਵਾਨੀ ਹੈ ਜਿਹੜੀ ਉਹ ਇਸ ਤਰ੍ਹਾਂ ਨਿਖਰ ਕੇ ਆ ਰਹੀ ਆ ਇਹਨਾਂ ਸੰਘਰਸ਼ ਦੇ ਵਿੱਚ। ਜੀ ਬਿਲਕੁਲ, ਨਾਲ ਹੀ ਗੱਲ ਕਰ ਲੈਂਦੇ ਆ ਰਵਨੀਤ ਸਿੰਘ ਬਿੱਟੂ ਦੀ। ਬਿਲਕੁਲ, ਤੁਹਾਨੂੰ ਪਤਾ ਹੈ ਕਿ ਕੱਲ ਉਹਨਾਂ ਦਾ ਵਿਰੋਧ ਹੋਇਆ, ਜਨ ਸੰਸਦ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹ ਗਏ ਸੀਗੇ, ਪਰ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਉਹਨਾਂ ਨੂੰ ਪਤਾ ਹੈ, ਸਿਆਸੀ ਲੀਡਰਾਂ ਨੂੰ, ਸਿਆਸੀ ਪਾਰਟੀਆਂ ਨੂੰ ਪਤਾ ਹੈ ਕਿ ਕਿਸਾਨ ਜਥੇਬੰਦੀਆਂ ਜਾਂ ਫਿਰ ਕਿਸਾਨ ਨਹੀਂ ਚਾਹੁੰਦੇ ਹੈਗੇ ਕਿ ਉਹ ਉਹਨਾਂ ਦੇ ਨਾਲ ਮਿਲ ਕੇ ਚੱਲਣ, ਉਹਨਾਂ ਦੀ ਸਟੇਜ ਤੇ ਗੱਲ ਕਰਨ ਜਾਂ ਫਿਰ ਉਹਨਾਂ ਨਾਲ ਬਹਿ ਕੇ ਗੱਲ ਕਰਨ, ਤਾਂ ਫਿਰ ਤੁਹਾਨੂੰ ਲੱਗਦਾ ਕਿ ਜਿਹੜਾ ਰਵਨੀਤ, ਪਹਿਲਾਂ ਤਾਂ ਇਹੀ ਗੱਲ ਕਰਦੇ ਕਿ ਰਵਨੀਤ ਸਿੰਘ ਬਿੱਟੂ ਦਾ ਉੱਥੇ ਜਾਣਾ ਸਹੀ ਸੀ ਜਾਂ ਫਿਰ ਗਲਤ? ਦੇਖੋ, ਇਸ ਵੇਲੇ ਤਾਂ ਇਹ ਗੱਲ ਸੀ ਕਿ ਜਿਹੜਾ ਸਾਰੀਆਂ ਸਿਆਸੀ ਪਾਰਟੀਆਂ ਦਾ ਉੱਥੇ ਜਿਹੜੀ ਦਖਲ ਬੰਦ ਕੀਤਾ ਹੋਇਆ, ਕਿਉਂ ਕਿਹਾ ਹੀ ਆ ਕਿਉਂਕਿ ਸਾਰੇ ਹੀ ਆਪਣੇ ਆਪ ਦੇ ਵਿੱਚ ਆਗੂ ਆ, ਪਰ ਉਹ ਜਿਹੜਾ ਦਖਲ ਆ ਉਹ ਦਖਲ ਦੀ ਵਜ੍ਹਾ ਕਰਕੇ ਇਹ ਮੌਕਾ ਨਹੀਂ ਸੀ ਢੁਕਵਾਂ ਕਿ ਰਵਨੀਤ ਬਿੱਟੂ ਉੱਥੇ ਜਾਂਦੇ ਜਾਂ ਉਹਦੇ ਨਾਲ ਕੁਲਬੀਰ ਸਿੰਘ ਜੀਰਾ ਜਾਂ MP ਔਜਲਾ ਸਾਹਿਬ। ਹਾਲਾਂਕਿ ਕਹਿ ਰਹੇ ਆ ਵੀ ਉਹ ਸਮਾਗਮ ਵਿੱਚ ਜਿਹੜਾ ਹੈ ਉਹ ਸ਼ਿਰਕਤ ਕਰਨ ਵਾਸਤੇ ਜਾ ਰਹੇ ਸੀ, ਪਰ ਇਹਦੇ ਬਾਵਜੂਦ ਇਹ ਲੱਗਿਆ ਕਿ ਜਿਸ ਤਰੀਕੇ ਜਿਵੇਂ ਹੁਣ ਰਵਨੀਤ ਬਿੱਟੂ ਹੋਰਾਂ ਦੇ ਬਿਆਨ ਬਾਅਦ ਵਿੱਚ ਮੀਡੀਆ ਤੇ ਵਾਇਰਲ ਹੋਇਆ, ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਮੈਂ ਤਾਂ ਹਜੇ ਉਤਰਿਆ ਸੀ ਗੱਡੀ 'ਚੋਂ ਜੀ, ਉਹਨਾਂ ਨੇ ਘੇਰਾ ਪਾ ਲਿਆ, ਮੈਂ ਫੋਟੋਆਂ ਕਰਵਾ ਰਿਹਾ ਸੀਗਾ, ਇੰਨੇ ਨੂੰ ਇੱਕ ਤਕੜਾ ਰੇਲਾ ਆਇਆ, ਉਹ ਆ ਕੇ ਸਾਨੂੰ ਪੈ ਗਏ ਆ ਜੀ, ਮੇਰੀ ਪੱਗ ਲੈ ਗਈ ਆ, ਮੈਂ ਬਚਾਅ ਕੀਤਾ। ਕੁਲਬੀਰ ਸਿੰਘ ਜੀਰਾ ਜਿਹੜੇ ਸੀਗੇ MLA, ਉਹਨਾਂ ਨੇ ਵਿੱਚ ਪੈ ਕੇ ਬਚਾਅ ਕੀਤਾ। ਫਿਰ ਉਹ ਕਹਿੰਦੇ ਜੀ ਵੇਖੋ ਉਹਨਾਂ ਨੇ ਦਸਤਾਰ ਉਤਰੀ ਆ, ਦਸਤਾਰ ਦੀ ਬੇਅਦਬੀ ਹੋਈ ਆ, ਨਾਲ ਹੀ MP ਔਜਲਾ ਜਿਹੜੇ ਸੀ ਉਹ ਵੀ ਗਏ ਸੀ। ਤਾਂ ਤਕਰੀਬਨ ਜਿੰਨੇ ਕਿ ਉੱਥੇ ਕਾਂਗਰਸ ਨਾਲ ਜੁੜੇ ਹੋਏ ਸੀਗੇ ਸਾਰਿਆਂ ਨੇ ਫਿਰ ਉੱਥੋਂ ਨਿਕਲਣ ਦੇ ਵਿੱਚ ਹੀ ਬਚਾਅ ਸਮਝਿਆ ਕਿ ਰਵਨੀਤ ਬਿੱਟੂ ਨੂੰ ਵੀ ਵਾਪਸ ਪਰਤਣਾ ਪਿਆ। ਪਰ ਇਹ ਇੱਕ ਇਹੋ ਜਿਹਾ ਮੌਕਾ ਸੀਗਾ ਜਿੱਥੇ ਉਹਨਾਂ ਨੂੰ ਨਹੀਂ ਸੀ ਸ਼ਾਮਲ ਹੋਣਾ ਚਾਹੀਦਾ, ਕਿਉਂਕਿ ਇਸ ਟਾਈਮ ਜਿਹੜਾ ਰੋਹ ਵਿਦਰੋਹ ਆ ਉਹ ਸਿਆਸੀ ਪਾਰਟੀਆਂ ਦੇ ਵਿਰੁੱਧ ਚੱਲ ਰਹੀ ਹੈ, ਜਿਹੜੀਆਂ ਹੱਕ 'ਚ ਖੜ ਨਹੀਂ ਰਹੀਆਂ। ਬੇਸ਼ੱਕ ਦਿਖਾਵੇ ਵਿੱਚ ਹੁਣ ਜੋ ਗੱਲ ਨਿਕਲ ਕੇ ਆਈ ਆ, ਦਿਖਾਵਾ ਇਹ ਪਾਰਟੀਆਂ ਸਾਰੀਆਂ ਜੋ ਮਰਜ਼ੀ ਕਰ ਲੈਣ। ਇਹ ਵੀ ਗੱਲ ਆਈ ਸੀ ਕਿ ਅਸੀਂ ਤਾਂ ਸਿਰਫ ਇਸ ਬਾਰੇ ਹੀ ਸਲਾਹ ਕਰਨ ਗਏ ਸੀਗੇ, ਕਿਉਂਕਿ ਜਿਹੜੇ ਇਹ ਮੀਟਿੰਗ ਸੱਦੀ ਗਈ ਸੀ ਜਿਹਦੇ ਵਿੱਚ ਸ਼ਾਮਲ ਹੋਣ ਲਈ ਗਏ ਸੀ, ਉਹਦੇ ਵਿੱਚ ਇਹੀ ਸਲਾਹ ਸੀਗੀ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਰਲ ਮਿਲ ਕੇ ਇੱਕ ਜਿਹੜਾ ਹੈਗਾ ਇਸ ਮਸਲੇ ਦਾ ਜਿਹੜਾ ਹੱਲ ਬਾਰੇ ਕੁਝ ਸਾਂਝੇ ਤੌਰ ਤੇ ਕੁਝ ਵੀ ਕੁਝ ਕਰਨ। ਪਰ ਇਸ ਤੋਂ ਪਹਿਲਾਂ ਹੀ ਉਹ ਕੁਝ ਹੋਇਆ। ਮੇਰੇ ਖਿਆਲ ਹੈ ਵੀ ਉੱਥੇ ਕੋਈ ਫੋਟੋਆਂ ਖਿਚਾਉਣ ਦਾ ਮੌਕਾ ਨਹੀਂ ਸੀ, ਕੋਈ ਇਦਾਂ ਦੀ ਗੱਲ ਨਹੀਂ ਸੀਗੀ। ਚਾਹੀਦਾ ਸੀ ਵੀ ਜਿਸ ਤਰੀਕੇ ਨਾਲ ਆਏ ਆ, ਜਿੱਥੇ ਜਾਣਾ ਸੀ ਸਿਰਫ ਉੱਥੇ ਹੀ ਉਹ ਪਹੁੰਚ ਕਰਦੇ ਤਾਂ ਸ਼ਾਇਦ ਜ਼ਿਆਦਾ ਬਿਹਤਰ ਸੀਗਾ। ਦੂਜੇ ਪਾਸੇ ਮੈਂ ਇਹ ਗੱਲ ਜ਼ਰੂਰ ਕਹੂੰਗਾ ਇੱਕ ਸ਼ੇਰ ਦੇ ਨਾਲ ਕਿ ਹਰੀਆਂ ਨੀਲੀਆਂ ਪੀਲੀਆਂ ਪੱਗਾਂ, ਪਤਾ ਨਹੀਂ ਫਿਰ ਕਿਉਂ ਆਪੋ ਵਿੱਚ ਲੜਦੀਆਂ ਪੱਗਾਂ, ਅਸੀਂ ਤਾਂ ਇਹਨਾਂ ਪੱਗਾਂ ਦੇ ਏਕੇ ਨਾਲ ਨਾਦਰ ਭਜਾਏ ਸਨ, ਪਤਾ ਨਹੀਂ ਫਿਰ ਕਿਉਂ ਇਹ ਆਪਸ ਵਿੱਚ ਲੜਦੀਆਂ ਪੱਗਾਂ। ਸੋ ਇਸ 'ਚ ਵੀ ਸਾਨੂੰ ਬਚਾਅ ਕਰਨਾ ਚਾਹੀਦਾ, ਕਿਉਂਕਿ ਇਸ ਟਾਈਮ
ਇਸ ਅੰਦੋਲਨ ਨੂੰ ਜਿਵੇਂ ਤਾਰਪੀਡੋ ਕਰਨ ਦੀ ਕੋਸ਼ਿਸ਼ ਸਿਮੀ ਕੀਤੀ ਜਾ ਰਹੀ ਹੈ, ਕੋਈ ਨਾ ਕੋਈ ਇਹੋ ਜਿਹੀ ਵਿੱਚ ਜਿਹੜੀ ਚੀਜ਼ ਹੈ ਨਾ ਉਹ ਸ਼ਾਮਲ ਕੀਤੀ ਜਾ ਰਹੀ ਆ। ਜਿਵੇਂ ਆਪਾਂ ਜੁੜਦੀ ਇੱਕ ਗੱਲ ਕਰ ਲਈ, ਮੇਰੇ ਖਿਆਲ ਤੁਹਾਨੂੰ ਪਤਾ ਉਹ ਕੱਲ ਇਹ ਵੀ ਇਲਜ਼ਾਮ ਆ ਰਿਹਾ ਸੀ, ਟਵਿੱਟਰ ਹੈਂਡਲ ਵਾਲੀ ਗੱਲ ਆ ਰਹੀ ਸੀ। ਜੀ ਬਿਲਕੁਲ ਇਹ ਤੁਹਾਨੂੰ ਦੱਸ ਦਿੰਦੇ ਕਿ ਦਿੱਲੀ ਪੁਲਿਸ ਨੇ ਇੱਕ ਦਾਅਵਾ ਕੀਤਾ ਵੱਡਾ ਕਿ 300 ਦੇ ਕਰੀਬ ਟਵਿੱਟਰ ਹੈਂਡਲ ਆ ਜਿਹੜੇ ਪਾਕਿਸਤਾਨ ਦੇ ਵੱਲੋਂ ਜਿਹੜਾ ਮਾਹੌਲ ਖਰਾਬ ਕਰਨ ਦੇ ਲਈ ਬਣਾਏ ਗਏ ਆ। ਪਰ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦੇ ਆ ਕਿ ਪਾਕਿਸਤਾਨ ਦੇ ਲੋਕ ਤਾਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਾਕਿਸਤਾਨ ਦੇ ਲੋਕ ਤਾਂ ਕਹਿੰਦੇ ਲਹਿੰਦਾ ਪੰਜਾਬ, ਬਿਲਕੁਲ ਹੈ ਨਾ, ਲਹਿੰਦਾ ਪੰਜਾਬ ਸਾਡਾ ਖੱਬਾ ਸੱਜਾ ਹੱਥ ਹੋ ਸਕਦਾ, ਸਾਨੂੰ ਜ਼ਰੂਰ ਸਾਡੇ ਸਿਆਸਤਦਾਨਾਂ ਵੱਲੋਂ ਵੰਡਿਆ ਜ਼ਰੂਰ ਜਾ ਸਕਦਾ, ਪਰ ਉਹ ਜਿਹੜੀ ਦਿਲ ਦੇ ਵਿੱਚ ਖਿੱਚ ਆ ਉਹ ਕਦੇ ਵੰਡੀ ਨਹੀਂ ਜਾ ਸਕਦੀ। ਬਿਲਕੁਲ ਦਿਲਾਂ ਦੀ ਸਾਂਝ ਜਿਹੜੀ ਹੈ ਵਾਕਈ ਉਹ ਵੱਡੀ ਗੱਲ ਹੈ ਕਿ ਉਹ ਜਿਹੜੀ ਮਿਟਾਈ ਨਹੀਂ ਜਾ ਸਕਦੀ। ਹਾਂਜੀ, ਜਿਹੜੀ ਦਿੱਲੀ ਪੁਲਿਸ ਨੇ ਇਲਜ਼ਾਮ ਲਾਇਆ ਕਿ 300 ਟਵਿੱਟਰ ਹੈਂਡਲ ਹੈ ਜਿਹੜੇ ਕਿਤੇ ਨਾ ਕਿਤੇ ਵੱਡੀ ਸਾਜ਼ਿਸ਼ ਦਾ ਹਿੱਸਾ ਬਣ ਰਿਹਾ, ਕਿਉਂਕਿ ਕਿਤੇ ਨਾ ਕਿਤੇ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਹਾਡੇ ਤੇ ਹਮਲਾ ਹੋ ਸਕਦਾ, ਮਾਹੌਲ ਖਰਾਬ ਹੋ ਸਕਦਾ 26 ਜਨਵਰੀ ਨੂੰ, ਤਾਂ ਕਿ ਲੋਕ ਹੈ ਜਿਹੜੇ ਘੱਟ ਤੋਂ ਘੱਟ ਜਾਣ, ਉੱਥੇ ਉਹਨਾਂ ਦਾ ਕਾਫਲਾ ਨਾ ਦਿਖਾਈ ਦੇਵੇ। ਪਰ ਫਿਰ ਵੀ ਸਾਡੇ ਜਿਹੜੇ ਪੰਜਾਬੀ ਯੋਧੇ ਆ ਉਹ ਕਦੇ ਡਰਨ ਵਾਲੇ ਨਹੀਂ ਹੈਗੇ। ਉਹਨਾਂ ਦੇ ਵਿੱਚ ਜਜ਼ਬਾ ਇੰਨਾ ਕਿ ਉਹ ਜੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕਰੋਗੇ ਤਾਂ ਦੁੱਗਣੇ ਹੋ ਕੇ ਲੜਦੇ ਆ ਉਹ। ਬਿਲਕੁਲ, ਦੇਖੋ ਇਹ ਤਾਂ ਸ਼ੁਰੂ ਤੋਂ ਹੀ ਸਿਮੀ ਇਦਾਂ ਹੁੰਦਾ ਹੈ ਕਿ ਕੋਸ਼ਿਸ਼ਾਂ ਦੇਖੋ ਹੁਣ ਤੱਕ ਜਿੰਨੀਆਂ ਮੂਵਮੈਂਟਾਂ ਚੱਲੀਆਂ ਉਹਨੂੰ ਫੇਲ ਕਰਨ ਲਈ ਸਦਾ ਹੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਫਿਰ ਇਲਜ਼ਾਮ ਜਿਹੜੇ ਆ ਕੋਈ ਮੂਵਮੈਂਟ ਅੱਜ ਤੱਕ ਇਹੋ ਜੀ ਨਹੀਂ ਹੋਈ ਜੀ ਤੇ ਇਲਜ਼ਾਮ ਨਾ ਲੱਗਣ। ਤੇ ਜੇ ਅਸੀਂ ਗੱਲ ਕਰ ਲਈਏ ਕਿ ਦੇਸ਼ ਦੀ ਆਜ਼ਾਦੀ ਦੀ ਖਾਤਰ ਜਿਨ੍ਹਾਂ ਦੇਸ਼ ਭਗਤਾਂ ਨੇ ਆਪਣਾ ਯੋਗਦਾਨ ਪਾਇਆ ਉਹਨਾਂ ਨੂੰ ਕਿਹੜਾ ਛੱਡਿਆ, ਉਹਨਾਂ ਨੂੰ ਵੀ ਤਾਂ ਗਦਾਰ ਕਹਿ ਕੇ ਉਸ ਟਾਈਮ ਕਿਹਾ, ਅੰਗਰੇਜ਼ ਹੁਕੂਮਤ ਨੇ ਗਦਾਰ ਕਿਹਾ, ਭਗਤ ਸਿੰਘ ਹੋਰਾਂ ਨੂੰ ਗਦਾਰ ਕਿਹਾ, ਉਹਨਾਂ ਨੂੰ ਕਦੋਂ ਕਿਹਾ, ਉਹਨਾਂ ਨੂੰ ਬਾਅਦ ਵਿੱਚ ਜਿਨ੍ਹਾਂ ਨੇ ਆਪਣੀ ਹੱਕਾਂ ਦੀ ਖਾਤਰ ਕਦੇ ਉਹਨਾਂ ਨੂੰ ਅੱਤਵਾਦੀ ਕਿਹਾ ਗਿਆ, ਕਦੇ ਉਹਨਾਂ ਨੂੰ ਕੁਛ ਕਿਹਾ ਗਿਆ। ਹੁਣ ਇਹ ਸੀਗਾ ਵੀ ਸਰਕਾਰ ਬਹੁਤ ਸਾਰੀਆਂ ਚੋਰ ਮੋਰੀਆਂ ਰਹੀ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਚੁੱਕੀ ਸੀਗੀ ਵੀ ਇਸ ਅੰਦੋਲਨ ਨੂੰ ਕਿਵੇਂ ਫੇਲ ਕੀਤਾ ਜਾਵੇ। ਹੁਣ ਆ ਜਿਹੜੇ ਨਵੇਂ ਇਲਜ਼ਾਮ ਲਏ ਤੇ ਹਾਸੋ ਹੀਣੀ ਸਥਿਤੀ ਬਣਦੀ ਆ ਕਿ ਤੁਸੀਂ ਦੱਸੋ ਇਹੋ ਜਿਹਾ ਹੁਣ ਟਵਿੱਟਰ ਹੈਂਡਲ ਨਾਲ ਕੀ ਕੀਤਾ ਜਾਊਗਾ। ਐਡੇ ਤਾਂ ਬੇਵਕੂਫ ਪੰਜਾਬੀ ਨਹੀਂ ਹੈਗੇ, ਇੰਨੇ ਤਾਂ ਬੇਵਕੂਫ ਨਹੀਂ ਕਿਸਾਨ ਅੰਦੋਲਨ ਦੇ ਵਿੱਚ। ਹੁਣ ਤਾਂ ਜਾਗਰੂਕ ਆ ਸਾਡੀ ਪੀੜ੍ਹੀ, ਹੁਣ ਤਾਂ ਅਨਪੜ੍ਹ ਬੂਝੜ ਜੱਟ ਨਹੀਂ ਕਿਹਾ ਜਾ ਸਕਦਾ, ਹੁਣ ਤਾਂ ਇਹ ਕਿਹਾ ਜਾ ਸਕਦਾ ਕਿ ਹੁਣ ਤਾਂ ਸਾਡੀਆਂ ਪੀੜ੍ਹੀਆਂ ਪੜ੍ਹ ਲਿਖੀਆਂ, ਸਾਨੂੰ ਮਾਣ ਹੈ ਕਿ ਘੱਟੋ ਘੱਟ ਉਹ ਮੁਕਾਬਲਾ ਹਰੇਕ ਤਰੀਕੇ ਦਾ ਕਰਨ ਨੂੰ ਬੈਠੀਆਂ ਹੈਗੀਆਂ। ਇਸ ਕਰਕੇ ਕੋਈ ਟਵਿੱਟਰ ਹੈਂਡਲਾਂ ਦੇ ਜ਼ਰੀਏ ਅਸੀਂ ਖਤਮ ਹੋਣ ਵਾਲੇ ਨਹੀਂ, ਇਸ ਅੰਦੋਲਨ ਤੋਂ ਭੱਜਣ ਵਾਲੇ ਨਹੀਂ। ਇਹ ਅੰਦੋਲਨ ਹਰ ਹਾਲਤ ਹੈ ਤਾਂ ਹੈ, ਚੱਲਦਾ ਤਾਂ ਚੱਲਦਾ ਰਹੇਗਾ ਉਸ ਦਿਨ ਤੱਕ ਜਦੋਂ ਤੱਕ ਇਸ ਅੰਦੋਲਨ ਦੇ ਵਿੱਚੋਂ ਆਪਣੀਆਂ ਮੰਗਾਂ ਨੂੰ ਮਨਵਾ ਕੇ ਅਸੀਂ ਘਰਾਂ ਨੂੰ ਨਹੀਂ ਪਰਤ ਦੇਗੇ। ਸੋ ਇਹ ਇੱਕ ਜਿਹੜੀ ਬੜੀ ਹਾਸੋਹੀਣੀ ਗੱਲ ਸੀਗੀ ਔਰ ਇਸ ਦੇ ਉੱਤੇ ਅਸੀਂ ਮੈਂ ਨਹੀਂ ਕਹਿ ਸਕਦਾ ਕਿ ਇਹਦੇ ਉੱਤੇ ਜਿਹੜਾ ਹੈਗਾ ਗੱਲ ਤੇ ਅਸੀਂ ਨਹੀਂ ਦੇਖੋ ਪਾਕਿਸਤਾਨ ਦੀ ਤਾਂ ਬਾਅਦ ਚ ਗੱਲ ਆਉਂਦੀ ਹੈ। ਪਾਕਿਸਤਾਨ ਵਾਲੇ ਤਾਂ ਟਵੀਟ ਬਾਅਦ ਚ ਕਰਨਗੇ ਜਦੋਂ ਸਾਡੇ ਆਪਣੇ ਬੈਠੇ ਕਰੀ ਜਾਂਦੇ ਆ। ਬਾਲੀਵੁੱਡ ਵਾਲੇ ਕੰਗਣਾ ਨੇ ਕੀਤਾ, ਉਧਰ ਅਗਨੀਹੋਤਰੀ ਜਿਹੜੀ ਲੜਕੀ ਆ ਪਾਇਲ ਉਹਨੇ ਕੀਤਾ। ਸਾਡੇ ਸੰਘਰਸ਼ ਨੂੰ ਪਹਿਲਾਂ ਤੋਂ ਬਦਨਾਮ ਕਰਨ ਦੀ ਕੋਸ਼ਿਸ਼, ਘਰੋਂ ਹੀ ਬੈਠੇ ਆ ਤੇ ਅਸੀਂ ਉਹਨਾਂ ਤੇ ਐਵੇਂ ਹੁਣ ਕਹੀ ਜਾਏਗੀ ਗੱਲ। ਕਹਿੰਦੇ ਕਿ ਜਦੋਂ ਘਰ ਹੀ ਭਵਿਸ਼ਨ ਹੋਵੇ ਤੇ ਫਿਰ ਕਹਿੰਦੇ ਬਾਹਰ ਰਾਜ ਦੱਸਣ ਦੀ ਕੀ ਲੋੜ ਆ। ਤੇ ਨਾਲ ਹੀ ਆਪਾਂ ਇੱਥੇ ਗੱਲ ਹੋਰ ਕਿਸਾਨੀ ਤੋਂ ਥੋੜਾ ਜਿਹਾ ਹਟਦੇ ਹੋਏ ਰੇਲ ਮਹਿਕਮੇ ਦੀ ਕਰ ਲੈਂਦੇ ਆ। ਰੇਲ ਮਹਿਕਮੇ ਨੇ ਹੁਣ ਜਿਹੜੀਆਂ ਰੇਲਾਂ ਨੇ ਉਹ ਚਲਾਉਣ ਦਾ ਜਿਹੜਾ ਹੁਕਮ ਐਲਾਨ ਜਾਰੀ ਕਰ ਦਿੱਤਾ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿਹੜੀਆਂ ਰੇਲਾਂ ਆ ਤੇ ਜਿਹੜਾ ਐਲਾਨ ਕੀਤਾ ਗਿਆ, ਕਿਹੜੀਆਂ ਰੇਲਾਂ ਹੁਣ ਚੱਲਣਗੀਆਂ ਪਟੜੀਆਂ ਤੇ। ਬਿਲਕੁਲ ਜੀ, ਰੇਲ ਮਹਿਕਮੇ ਨੇ ਜਿਹੜਾ ਹੈ ਇੰਕਸ਼ਾਫ ਪ੍ਰਗਟ ਕੀਤਾ ਹੈ। ਉਹਨਾਂ ਦੀ ਆਸ ਹੈ ਇਸ ਗੱਲ ਦੇ ਉੱਤੇ ਕਿ ਕਰੋਨਾ ਕਾਲ ਦੇਖੋ ਸੀ ਵੀ ਕਿੰਨਾ ਵੱਡਾ ਸਾਨੂੰ ਸਾਰਿਆਂ ਨੂੰ ਪੂਰੇ ਦੇਸ਼ ਦੇ ਵਿੱਚ ਸੰਕਟ ਦੇ ਵਿੱਚੋਂ ਲੰਘਣਾ ਪਿਆ। ਵੱਡੇ ਪੱਧਰ ਦੇ ਉੱਤੇ ਜਿਹੜੀਆਂ ਟ੍ਰੇਨਾਂ ਚੱਲ ਰਹੀਆਂ ਸੀ ਉਹਦੇ ਵਿੱਚ ਇਹ ਸੀ ਕਰੋਨਾ ਕਾਲ ਤੋਂ ਪਹਿਲਾਂ ਕੋਈ 1700 ਮੇਲ ਐਕਸਪ੍ਰੈਸ ਟ੍ਰੇਨਾਂ ਜਿਹੜੀਆਂ ਸੀਗੀਆਂ ਪੂਰੇ ਦੇਸ਼ ਵਿੱਚ ਚੱਲ ਰਹੀਆਂ ਸੀਗੀਆਂ। 1700 ਤੋਂ ਵੱਧ ਟ੍ਰੇਨਾਂ ਦੀ ਇਸ ਟਾਈਮ ਜੋ ਸਥਿਤੀ ਬਣੀ ਹੈ ਕਰੋਨਾ ਕਾਲ ਤੋਂ ਬਾਅਦ ਦੁਆਰਾ ਜਦੋਂ ਤੁਰੀਆਂ ਟ੍ਰੇਨਾਂ ਉਹਦੇ ਵਿੱਚ ਸਿਰਫ ਇਸ ਟਾਈਮ 1500 ਜਿਹੜੀਆਂ ਟ੍ਰੇਨਾਂ ਆ ਉਹ ਚੱਲ ਰਹੀਆਂ ਔਰ ਬਾਕੀਆਂ ਦੀ ਉਮੀਦ ਆ ਵੱਖ-ਵੱਖ ਰਾਜਾਂ ਦੇ ਵਿੱਚ ਜਿਹੜੀਆਂ ਚੱਲਣ ਵਾਲੀਆਂ ਟ੍ਰੇਨਾਂ ਪੂਰੇ ਦੇਸ਼ ਦੇ ਵਿੱਚ ਉਹਨਾਂ ਦੇ ਕਰਕੇ ਕੀ ਹੋ ਰਿਹਾ ਕਿ ਜਿਹੜੇ ਡੇਲੀ ਪੈਸੰਜਰ ਸੀ ਉਹਨਾਂ ਨੂੰ ਸਭ ਤੋਂ ਵੱਡੀ ਔਖਿਆਈ ਆਈ ਕਿ ਉਹਨਾਂ ਨੂੰ ਜਿਹੜਾ ਕਿਰਾਇਆ ਲੰਮੀ ਦੂਰੀ ਦੀਆਂ ਟ੍ਰੇਨਾਂ ਦੇ ਜ਼ਰੀਏ ਇੱਕ ਤਾਂ ਦੂਰੀ ਤੈਅ ਕਰਨੀ ਪੈ ਰਹੀ, ਇੱਕ ਉਹਨਾਂ ਨੂੰ ਕਿਰਾਇਆ ਜਿਹੜਾ ਉਹ ਵੱਧ ਪੈ ਰਿਹਾ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਟ੍ਰੇਨਾਂ ਚੱਲਣ ਨਾਲ ਇੱਕ ਆਸ ਪ੍ਰਗਟਾਈ ਜਾ ਰਹੀ ਹੈਗੀ ਆ ਕਿ ਕਰੋਨਾ ਕਾਲ ਵਾਲੀ ਜਿਹੜੀ ਸਥਿਤੀ ਆ ਸੀ ਉਹ ਤੋਂ ਵੀ ਮੁਕਤ ਹੋ ਰਿਹਾ। ਇੱਕ ਪਾਸੇ ਟੀਕਾਕਰਨ ਜਿਹੜਾ ਆ ਉਹ ਹੋਇਆ, ਉਹ ਤੋਂ ਮੁਕਤੀ ਵਾਲੇ ਪਾਸੇ ਵੀ ਅਸੀਂ ਆਏ। ਦੂਸਰੇ ਮਾਮਲੇ ਦੇ ਉੱਤੇ ਇਹ ਗੱਲ ਹੁਣ ਕਲੀਅਰ ਹੋ ਰਹੀ ਹੈ ਕਿ ਕਰੋਨਾ ਮੁੱਕ ਰਿਹਾ ਹੈਗਾ। ਖੁਸ਼ਖਬਰੀ ਆ, ਇਸ ਖੁਸ਼ਖਬਰੀ ਵਿੱਚ ਇਹ ਆ ਕਿ ਦੇਸ਼ ਦੀ ਹਰ ਉਹ ਆਰਥਿਕ ਸਥਿਤੀ, ਹਰ ਉਹ ਜਿਹੜੀ ਚੀਜ਼ ਲੀਹ ਤੋਂ ਲੱਥ ਚੁੱਕੀ ਸੀ, ਜੇ ਉਹ ਪਟੜੀ ਤੇ ਆ ਜੇ, ਚਾਹੇ ਉਹ ਟ੍ਰੇਨ ਹੀ ਹੈ, ਤੇ ਮੇਰੇ ਖਿਆਲ ਹੈ ਵੀ ਇਸ ਦਾ ਸਾਨੂੰ ਸਵਾਗਤ ਕਰਨਾ ਬਣਦਾ। ਔਰ ਖੁਸ਼ੀ ਦੀ ਗੱਲ ਇਹ ਆ ਕਿ ਇੱਕ ਵਾਰੀ ਫਿਰ ਜਿਹੜੀਆਂ ਹੈਗੀਆਂ ਰੇਲਵੇ ਸਟੇਸ਼ਨਾਂ ਤੇ ਰੌਣਕਾਂ ਲੱਗਣਗੀਆਂ, ਗੱਡੀਆਂ 'ਚ ਰੌਣਕਾਂ ਲੱਗਣਗੀਆਂ, ਗੱਡੀਆਂ ਉਸੇ ਤਰ੍ਹਾਂ ਹੀ ਰੇਲਵੇ ਟਰੈਕਾਂ ਦੇ ਉੱਤੇ ਚੀਕਾਂ ਕੂਕਾਂ ਮਾਰਦੀਆਂ ਰੌਣਕਾਂ ਲਾਉਂਦੀਆਂ ਹੈਗੀਆਂ ਮੁਸਾਫਰਾਂ ਨੂੰ, ਜਿਹੜੇ ਕਿ ਲੱਖਾਂ ਦੀ ਤਾਦਾਦ ਵਿੱਚ ਹਰ ਰੋਜ਼ ਇੱਧਰ ਉੱਧਰ ਜਾਂਦੇ ਆ। ਉਸੇ ਤਰ੍ਹਾਂ ਜਿਹੜੀ ਹੈ ਢੋਆ ਢੁਆਈ ਆਰੰਭ ਹੋਊਗੀ ਔਰ ਆਸਾਨ ਉਹਨਾਂ ਲੋਕਾਂ ਲਈ ਹੋਊਗਾ। ਸਿਮੀ ਦੇਖੋ ਆਮ ਵਰਗ ਜਿਹੜਾ ਹੈਗਾ ਸਾਡਾ ਉਹਨੂੰ ਦਿੱਕਤ ਆਉਂਦੀ ਆ
ਕਿ ਉਹ ਇੰਨੇ ਵੱਡੇ ਕਿਰਾਏ ਖਾਸ ਤੌਰ ਤੇ ਬੱਸਾਂ ਦੇ ਵਿੱਚ ਟਰਾਂਸਪੋਰਟ ਜਾਂ ਆਪਣੀਆਂ ਜਿਹੜੇ ਵਹੀਕਲ ਨਿੱਜੀ ਉਹਨਾਂ ਵਿੱਚ ਉਹ ਨਹੀਂ ਪੇ ਕਰ ਸਕਦੇ। ਟ੍ਰੇਨ ਹੀ ਇੱਕ ਸਸਤਾ ਸਾਧਨ ਆ, ਉਹਦੇ ਜ਼ਰੀਏ ਉਹਨਾਂ ਨੂੰ ਜਾਣਾ ਆਉਣਾ ਬੜਾ ਹੀ ਆਸਾਨ ਹੋ ਸਕਦਾ। ਸੋ ਇਹ ਹੁਣ ਇਹ ਆ ਕਿ ਜਿਹੜੀਆਂ ਵੱਡੇ ਪੱਧਰ ਤੇ ਜਿਹੜੀਆਂ ਮੇਲ ਔਰ ਐਕਸਪ੍ਰੈਸ ਟ੍ਰੇਨਾਂ ਔਰ ਪੰਜਾਬ ਦੇ ਵਿੱਚ ਵੀ ਖਾਸ ਤੌਰ ਤੇ ਜਿੰਨੀਆਂ ਟ੍ਰੇਨਾਂ ਹੈਗੀਆਂ ਉਹ ਬਾਦਸਤੂਰ ਜਿਹੜੀਆਂ ਬਹੁਤ ਜਲਦੀ ਚੱਲਣ ਦੀ ਜਿਹੜੀ ਉਮੀਦ ਕੀਤੀ ਜਾ ਰਹੀ ਹੈ। ਜੀ ਬਿਲਕੁਲ, ਮੈਨੂੰ ਲੱਗਦਾ ਫਿਰ ਤਾਂ ਆਪਾਂ ਵੀ ਸਫ਼ਰ ਤੈਅ ਕਰ ਸਕਦੇ ਹਾਂ ਸਸਤੇ ਭਾਅ ਦੇ ਵਿੱਚ। ਤੇ ਨਾਲ ਹੀ ਇੱਥੇ ਗੱਲ ਕਰ ਲੈਣਾ ਰੇਲਾਂ ਦੀ ਗੱਲ ਤੋਂ ਬਾਅਦ, ਕਹਿੰਦੇ ਸਵੀਗੀ, ਫਲਿੱਪਕਾਰਟ, ਐਮਾਜ਼ੋਨ ਵਰਗੇ ਜਿਹੜੇ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਆਨਲਾਈਨ ਆਰਡਰ ਕਰਦੀਆਂ ਨੇ, ਜਾਂ ਫਿਰ ਉਹ ਖਾਣੇ ਦਾ ਹੋਵੇ ਜਾਂ ਫਿਰ ਕੱਪੜਿਆਂ ਦਾ ਹੋਵੇ, ਕੋਈ ਵੀ ਚੀਜ਼ ਹੋਵੇ ਜਿਹੜੀ ਆਪਾਂ ਘਰੇ ਬੈਠੇ ਮੰਗਾ ਲੈਂਦੇ ਹਾਂ। ਹੁਣ ਕਹਿੰਦੇ ਵੱਡਾ ਇਲਜ਼ਾਮ ਗਾਜ ਡਿਗਰੀ ਆ ਉਤੇ, ਠੱਗੀ, ਸ਼ਰੇਆਮ ਠੱਗੀ ਮਾਰਨ ਦੀ ਗਾਜ ਡਿਗਰੀ ਆ। ਉਹ ਚਰਚਾ ਜਿਹੜੀ ਸੁਣੀ ਆ ਤੇ ਉਸ ਬਾਰੇ ਵਿਸਥਾਰ ਦੇ ਵਿੱਚ ਦਰਸ਼ਕਾਂ ਨੂੰ ਦੱਸੋ ਕਿ ਕੀ ਮਾਮਲਾ ਪੂਰਾ। ਬਿਲਕੁਲ ਜੀ, ਇਹ ਇੱਕ ਜਿਹੜੀ ਆ ਕੈਟ ਵੱਲੋਂ ਪਾਈ ਗਈ ਆ। ਕੈਟ ਜਿਹੜਾ ਕਿ ਵਪਾਰ ਦੇ ਨਾਲ ਜੁੜੀ ਹੋਈ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ, ਉਹਨਾਂ ਵੱਲੋਂ ਵਣਜ ਮੰਤਰੀ ਜਿਹੜੇ ਪਿਊਸ਼ ਗੋਇਲ ਆ ਉਹਨਾਂ ਨੂੰ ਇੱਕ ਚਿੱਠੀ ਲਿਖੀ ਗਈ ਆ, ਜਿਨ੍ਹਾਂ ਵਿੱਚ ਇਹਨਾਂ ਜਿਹੜੀਆਂ ਕੰਪਨੀਆਂ, ਚਾਹੇ ਉਹ ਫਲਿੱਪਕਾਰਟ ਦੇ ਆ, ਐਮਾਜ਼ੋਨ ਦੀ ਗੱਲ ਕਰ ਲਈਏ, ਸਵਿਗੀ ਦੀ ਗੱਲ ਕਰ ਲਈਏ, ਜਾਂ ਇਸੇ ਤਰ੍ਹਾਂ ਦੀਆਂ ਹੋਰ ਕਾਫੀ ਸਾਰੀਆਂ ਕੰਪਨੀਆਂ ਦੀ ਗੱਲ ਕਰ ਲਈਏ, ਤਾਂ ਉਹਨਾਂ ਦੇ ਉੱਤੇ ਇਹ ਇਲਜ਼ਾਮ ਲਾਇਆ ਕਿ ਜਿਹੜੇ ਪ੍ਰੋਡਕਟ ਅਸੀਂ ਘਰਾਂ ਦੇ ਵਿੱਚ ਬੈਠ ਕੇ ਮੰਗਾਉਂਦੇ ਆ, ਚਾਹੇ ਉਹ ਖਾਣ ਪੀਣ ਦੇ ਪ੍ਰੋਡਕਟ ਆ, ਚਾਹੇ ਉਹ ਪਹਿਨਣ ਵਾਲੇ ਪ੍ਰੋਡਕਟ ਆ, ਚਾਹੇ ਜੋ ਹੋਰ ਵਰਤੋਂ ਵਾਲੇ ਪ੍ਰੋਡਕਟ ਹੈਗੇ, ਤਾਂ ਉਹਨਾਂ ਵਿੱਚ ਤੇ ਇੱਕ ਇਹ 2011 ਵਿੱਚ ਇੱਕ ਸੋਧ ਹੋਈ ਸੀ ਕਾਨੂੰਨ ਦੇ ਵਿੱਚ। ਉਹਦੇ ਵਿੱਚ ਇਹ ਸੀ, ਖਾਸ ਤੌਰ ਤੇ ਵਪਾਰ ਨਾਲ ਜੁੜੀ ਹੋਈ ਗੱਲ ਹੈ, ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ FSSAI ਜਿਹੜੀ ਇੱਕ ਏਜੰਸੀ ਬਣਾਈ ਗਈ ਆ, ਉਹਦਾ ਇੱਕ ਮਾਰਕਾ ਆਪਾਂ ਦੇਖਦੇ ਹੁੰਦੇ ਹਾਂ, ਕੋਈ ਵੀ ਚੀਜ਼ ਆਪਣੇ ਕੋਲੇ ਆਉਂਦੀ ਆ ਉਹਦੇ ਉੱਤੇ ਇੱਕ ਦੇਸ਼ ਵਿੱਚ ਮਾਰਕਾ ਲੱਗ ਕੇ ਆਉਂਦਾ ਹੈਗਾ। ਜੇ ਉਹਨਾਂ ਦੀ ਇੱਕ ਸ਼ਰਤਾਂ, ਉਹਨਾਂ ਦੀ ਇੱਕ ਮਾਪਦੰਡ ਹੈ, ਉਹ ਮਾਪਦੰਡ ਜਿਹੜੇ ਜੇ ਅਗਰ ਪੂਰੇ ਨਹੀਂ ਕਰਦੇ ਤੇ ਸਮਝ ਲਓ ਫਿਰ ਉਹ FSSAI ਦਾ ਜਿਹੜਾ ਉਲੰਘਣ ਹੈ ਉਹ ਕੀਤਾ ਜਾ ਰਿਹਾ, ਔਰ ਇਹਨਾਂ ਕੰਪਨੀਆਂ ਵੱਲੋਂ ਉਲੰਘਣ ਹੀ ਕੀਤਾ ਜਾ ਰਿਹਾ, ਜਿਹਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਇਸ ਕਰਕੇ ਵਣਜ ਮੰਤਰੀ ਨੂੰ ਇਸ ਬਾਰੇ ਚਿੱਠੀ ਜਿਹੜੀ ਆ ਉਹ ਲਿਖੀ ਗਈ ਹੈ ਏਜੰਸੀ ਵੱਲੋਂ, ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੱਪੜੇ ਔਰ ਪ੍ਰੋਡਕਟ ਆ ਰਹੇ ਆ ਉਹਦੇ ਉੱਤੇ ਇੱਕ ਗੱਲ ਖਾਸ ਤੌਰ ਤੇ ਸ਼ਾਮਲ ਹੋਣੀ ਚਾਹੀਦੀ ਵੀ ਉਹ ਪ੍ਰੋਡਕਟ ਬਣੇ ਕਿਸ ਚੀਜ਼ ਦੇ ਆ, ਕਿਸ ਦੇਸ਼ ਦੇ ਬਣੇ ਹੋਏ ਆ, ਕਦੋਂ ਬਣੇ ਹੈਗੇ ਆ, ਉਹਨਾਂ ਦੀ ਜਿਹੜੀ ਹੈਗੀ ਇੱਕ ਪੀਰੀਅਡ ਹੁੰਦਾ ਆ। ਤੇ ਅਸੀਂ ਦੇਖਦੇ ਹਾਂ ਕਿ ਐਕਸਪਾਇਰੀ ਡੇਟ ਹਰ ਇੱਕ ਚੀਜ਼ ਦੀ ਹੁੰਦੀ ਆ, ਉਹਦੇ ਉੱਤੇ ਵੀ ਹੁੰਦਾ ਵੀ ਕਦੋਂ ਤੋਂ ਕਦੋਂ ਤੱਕ ਕਾਰਡ ਕੱਢਣਗੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲਿਖਣੀਆਂ ਜ਼ਰੂਰੀ ਹੁੰਦੀਆਂ, ਪਰ ਹੋ ਕੀ ਰਿਹਾ ਆ, ਅਸੀਂ ਇੱਕ ਲੁੱਟ ਦਾ ਸ਼ਿਕਾਰ ਹੋ ਰਹੇ ਹਾਂ। ਜਿੰਨੇ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ, ਮੇਰਾ ਇਹ ਕਹਿਣਾ ਸਾਡਾ ਔਨੇਅਰ ਮੰਨਿਓ ਕਿ ਤੁਸੀਂ ਇਸ ਮਾਮਲੇ ਤੋਂ ਖੁਦ ਸੁਚੇਤ ਹੋਵੋ। ਜਦੋਂ ਕੋਈ ਪ੍ਰੋਡਕਟ ਤੁਸੀਂ ਇਸ ਤਰ੍ਹਾਂ ਮੰਗਾਉਣੇ ਹੋ, ਤੇ ਬਹੁਤ ਵਾਰੀ ਸਿਮੀ ਇਹ ਵੀ ਹੋਇਆ ਕਿ ਤੁਸੀਂ ਮੇਰੇ ਖਿਆਲ ਬਹੁਤ ਵਾਰੀ ਅਸੀਂ ਵੀ ਸ਼ਿਕਾਰ ਹੋਏ ਵੀ ਹਾਂ, ਵੀ ਅਸੀਂ ਕੋਈ ਪ੍ਰੋਡਕਟ ਜਦੋਂ ਮੰਗਾ ਲਿਆ, ਜੋ ਮੰਗਾਇਆ ਹੁੰਦਾ ਕਈ ਵਾਰੀ ਉਹ ਪ੍ਰੋਡਕਟ ਉਹ ਨਿਕਲਦਾ ਹੀ ਨਹੀਂਗਾ। ਪਿੱਛੇ ਜੇ ਮੈਂ ਤੁਹਾਡੀ ਇੱਕ ਗੱਲ ਕੱਟਣਾ ਚਾਹੂੰਗੀ, ਮਾਫ ਕਰਨਾ, ਪਿੱਛੇ ਜੇ ਇੱਕ ਗੱਲ ਸਾਹਮਣੇ ਆਈ ਸੀ ਨਿਕਲ ਕੇ ਫਰੀਦਕੋਟ ਤੋਂ। ਫਰੀਦਕੋਟ ਦੇ ਵਿੱਚ ਇੱਕ ਮਾਪਿਆਂ ਨੇ ਆਪਣੇ ਬੱਚੇ ਦੇ ਬਰਥਡੇ ਦੇ ਲਈ ਜਿਹੜੀ ਵਾਚ ਮੰਗਾਈ ਸੀਗੀ, ਵਾਚ ਦੇ ਵਿੱਚ 30,000 ਦੀ ਵਾਚ ਮੰਗਾਈ ਉਹਨਾਂ ਨੇ। ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਸਿਰਫ ਉਹਨਾਂ ਨੇ ਵਾਚ ਨਹੀਂ ਭੇਜੀ, ਸਿਰਫ ਪੱਟਾ ਭੇਜਿਆ ਵਾਚ ਦਾ। ਹਾਂ, ਇਹ ਗੱਲ ਆਈ ਸੀ ਨਿਕਲ ਕੇ, ਔਰ ਬਹੁਤ ਵਾਰੀ ਇਸ ਤਰ੍ਹਾਂ ਹੋਇਆ। ਕਈ ਵਾਰੀ ਮੋਬਾਈਲ ਕਈਆਂ ਨੇ ਮੰਗਾਏ, ਮੋਬਾਈਲ ਦੀ ਜਗ੍ਹਾ ਦੇ ਵਿੱਚ ਸਿਰਫ ਖਾਲੀ ਖੋਲ ਹੀ ਆਇਆ। ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਹੋਈਆਂ। ਇਸੇ ਤਰ੍ਹਾਂ ਇਹ ਹੋਇਆ ਕਿ ਪਰਸਨਲੀ ਅਸੀਂ ਵੀ ਜਦੋਂ ਕਦੇ ਕੁਝ ਮੰਗਾਇਆ ਹੈਗਾ ਤੇ ਜੋ ਮੰਗਾਇਆ ਸੀ ਉਹ ਚੀਜ਼ ਪਹੁੰਚੀ ਨਹੀਂ ਹੈਗੀ। ਇੱਕ ਵੱਡੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਕੰਪਨੀਆਂ ਉੱਤੇ ਅੰਕੁਸ਼ ਲੱਗਣਾ ਚਾਹੀਦਾ ਹੈਗੀਆਂ, ਜਿਹੜੀਆਂ ਇਸ ਮਾਮਲੇ 'ਚ ਖਰੀਆਂ ਨਹੀਂ ਹੈਗੀਆਂ, ਕਿ ਅਗਰ ਉਹ ਉਪਭੋਗਤਾ ਨੂੰ, ਅਗਰ ਗਾਹਕ ਨੂੰ ਕੋਈ ਚੀਜ਼ ਉਹ ਪ੍ਰੋਵਾਈਡ ਕਰਾਉਂਦੀਆਂ ਹੈਗੀਆਂ ਤੇ ਉਹਦੇ ਬਾਰੇ ਮੁਕੰਮਲ ਜਾਣਕਾਰੀ ਮਿਲਣੀ ਜ਼ਰੂਰੀ ਆ। ਔਰ ਗ੍ਰਾਹਕ ਨੂੰ ਵੀ ਇਹ ਗੱਲ ਦੇ ਉੱਤੇ ਕਾਇਮ ਰਹਿਣਾ ਚਾਹੀਦਾ ਹੈਗਾ। ਅਸੀਂ ਵਾਰ-ਵਾਰ ਇੱਕ ਨਾਰਾ ਸੁਣਦੇ ਆ ਕਿ ਜਾਗੋ ਗ੍ਰਾਹਕ ਜਾਗੋ, ਆਖਰ ਗਾਹਕ ਕਦੋਂ ਜਾਗਣਗੇ। ਜੀ ਬਿਲਕੁਲ, ਨਾਲ ਹੀ ਗੱਲ ਕਰ ਲੈਂਦੇ ਆ 6 ਘੰਟੇ ਲਈ ਬਣੀ ਮੁੱਖ ਮੰਤਰੀ ਸ੍ਰਿਸ਼ਟੀ ਦੀ। ਕੀ ਮਾਮਲਾ ਹੈ ਪੂਰਾ, ਕਿਉਂ 6 ਘੰਟੇ ਦੇ ਲਈ ਉਹਨੂੰ ਮੁੱਖ ਮੰਤਰੀ ਬਣਾਇਆ ਗਿਆ, ਤੇ ਕਿਹੜੇ ਕਦਮ ਆ ਜਿਹੜੇ ਉਸ ਬੱਚੀ ਨੇ ਚੁੱਕੇ। ਕਿ ਬਹੁਤ ਮਾਣ ਦੀ ਗੱਲ ਹੁੰਦੀ ਹੈ ਕਿ ਜਦੋਂ ਇਹੋ ਜਿਹੀਆਂ ਘਟਨਾਵਾਂ ਸਾਡੇ ਦੇਸ਼ ਦੇ ਵਿੱਚ ਹੁੰਦੀਆਂ ਨੇ, ਤੇ ਇੱਕ ਲੜਕੀ ਨੂੰ 6 ਘੰਟੇ ਦੇ ਲਈ ਜਿਹੜਾ PM ਬਣਾ ਦੇਣਾ, ਤੇ ਉਸਨੇ ਫੈਸਲੇ ਵੀ ਕਈ ਲਏ ਆ, ਕਹਿੰਦੇ ਵੱਡੇ PM ਬਣਨ ਤੋਂ ਬਾਅਦ, ਤੇ ਵਿਰੋਧੀ ਪਾਰਟੀ ਦਾ ਡਟ ਕੇ ਸਾਹਮਣਾ ਵੀ ਕੀਤਾ। ਉਹ ਕੀ ਹੈ ਪੂਰਾ ਮਾਮਲਾ ਤੇ ਕਿਉਂ ਬਣਾਇਆ ਗਿਆ, ਕਿਹੜੀ ਚੀਜ਼ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ 6 ਘੰਟੇ ਦੇ ਲਈ PM ਬਣਾਇਆ ਗਿਆ। ਬਿਲਕੁਲ, ਮੈਨੂੰ ਨਾ ਇੱਥੇ ਨਾਇਕ ਫਿਲਮ ਯਾਦ ਆਉਂਦੀ, ਸ਼ਾਇਦ ਤੁਸੀਂ ਵੀ ਦੇਖੀ ਹੋਣੀ। ਮੈਂ ਬਿਲਕੁਲ ਉਹੀ ਜ਼ਿਕਰ ਕਰਨਾ ਚਾਹੁੰਦੀ ਸੀ, ਪਰ ਮੈਂ ਕੀਤਾ ਨਹੀਂ। ਮੈਨੂੰ ਪਤਾ ਸੀ ਵੀ ਕਵਲ ਜੀ ਬਿਲਕੁਲ ਉਸ ਗੱਲ ਦਾ ਜ਼ਿਕਰ ਜ਼ਰੂਰ ਕਰਨਗੇ। ਮੈਂ ਹੈਰਾਨੀ ਦੀ ਗੱਲ ਦੱਸਾਂ, ਮੈਂ ਦਰਸ਼ਕਾਂ ਨਾਲ ਵੀ ਸਾਂਝੀ ਕਰ ਲਈ ਕਿ ਮੈਂ ਉਹ ਫਿਲਮ ਘੱਟੋ ਘੱਟ 22-23 ਵਾਰੀ ਵੇਖੀ, ਔਰ ਵਾਰੀ ਵੇਖਣ ਤੇ ਉਹ ਮਨ ਨਹੀਂ ਭਰਦਾ, ਕਿਉਂਕਿ ਕਿੰਨਾ ਵਧੀਆ ਲੱਗਿਆ ਉਹਦੇ ਵਿੱਚ। ਇੱਕ ਦਿਨ ਦਾ ਜਿਹੜਾ ਸੀਗਾ ਉਹਨੂੰ ਮੁੱਖ ਮੰਤਰੀ ਬਣਾਇਆ ਜਾਂਦਾ, ਅਨਿਲ ਕਪੂਰ ਨੂੰ, ਉਹਦੇ ਵਿੱਚ, ਔਰ ਉਹ ਕੀ ਕੁਝ ਫੈਸਲੇ ਕਰਦਾ। ਕਈ ਵਾਰੀ ਨਾ ਮਨ ਦੇ ਵਿੱਚ ਇਹ ਗੱਲ ਆਉਂਦੀ ਹੈਗੀ ਕਿ ਯਾਰ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਜੇ ਹੋ ਜਾਵੇ ਤੇ ਕੋਈ ਇਸ ਤਰ੍ਹਾਂ ਦਾ ਮੁੱਖ ਮੰਤਰੀ ਬਣ ਜੇ ਤੇ ਇਸ ਦੇਸ਼ ਦੇ ਵਿੱਚ ਸੁਧਾਰ ਹੋ ਜਾਏਗਾ। ਮੈਨੂੰ ਇੱਕ ਇੱਥੇ ਸ਼ੇਰ ਯਾਦ ਆਏਗਾ
ਕਿ ਇੱਕ ਵਾਰੀ ਤਾਂ ਦਿਲ ਦੇ ਵਿਹੜੇ ਰੁੱਤ ਫੁੱਲਾਂ ਦੀ ਟੁੱਕੇ, ਇੱਕ ਵਾਰੀ ਤਾਂ ਅੱਖਾਂ ਅੱਗੋਂ ਨੀਲੀ ਧੁੰਦ ਜਿਹੀ ਮੁੱਕੇ, ਇੱਕ ਵਾਰ ਤਾਂ ਰੂਹ ਦੇ ਅੰਦਰ ਕੋਈ ਤਾਂ ਸੂਰਜ ਲੱਥੇ, ਇੱਕ ਵਾਰੀ ਤੇ ਕੈਦੋਂ ਹਾਰੇ ਤੇ ਤਖਤ ਹਜ਼ਾਰਾ ਜਿੱਤੇ। ਅਸੀਂ ਤਖਤ ਹਜ਼ਾਰਿਆਂ ਨੂੰ ਜਿਤਾਉਣ ਦੀ ਗੱਲ ਕਰਨੀ ਆ। ਸੋ ਇੱਥੇ ਇਹ ਆ ਕਿ ਦੇਹਰਾਦੂਨ ਦੇ ਵਿੱਚ ਜਿਹੜਾ ਉੱਤਰਾਖੰਡ ਦੇ ਵਿੱਚ ਮੁੱਖ ਮੰਤਰੀ ਵਜੋਂ ਕੱਲ ਉਹ ਸ੍ਰਿਸ਼ਟੀ ਨੂੰ ਜਿਹੜਾ ਸੀਗਾ 6 ਘੰਟਿਆਂ ਦੇ ਲਈ ਉਹਨਾਂ ਨੇ ਮੁੱਖ ਮੰਤਰੀ ਬਣਾਇਆ। ਔਰ ਕੱਲ ਕਿਉਂਕਿ ਬਾਲੜੀ ਦਿਵਸ ਸੀਗਾ ਔਰ ਬਾਲੜੀ ਦਿਵਸ ਨੂੰ ਮੱਦੇਨਜ਼ਰ ਰੱਖ ਕੇ ਹੀ ਧੀਆਂ ਲਈ ਖਾਸ ਤੌਰ ਦੇ ਉੱਤੇ ਜਿਹੜਾ ਹੈ, ਕਿਉਂਕਿ ਸ੍ਰਿਸ਼ਟੀ ਜਿਹੜੀ ਹੈਗੀ ਉਹ BSc ਐਗਰੀਕਲਚਰ ਦੀ ਵਿਦਿਆਰਥਣ ਹੈ, ਤਾਂ ਉਹਦੇ ਉੱਤੇ ਹੀ ਇਹ ਜਿਹੜਾ ਸੀਗਾ ਨਿਸ਼ਾਨਾ ਸੀਗਾ ਵੀ ਉਹਨੂੰ ਉੱਥੇ ਬਣਾਇਆ ਜਾਵੇ। ਔਰ ਉਹ ਇੱਕ ਇਤਿਹਾਸਕ ਫੈਸਲਾ ਜਿਹੜਾ ਸੀਗਾ ਉਹ ਕੀਤਾ ਗਿਆ, ਕਿਉਂਕਿ ਉੱਤਰਾਖੰਡ ਸਰਕਾਰ ਵੱਲੋਂ ਜੋ ਸ੍ਰਿਸ਼ਟੀ ਨੂੰ 6 ਘੰਟੇ ਲਈ ਜਦੋਂ ਮੁੱਖ ਮੰਤਰੀ ਬਣਾਇਆ ਗਿਆ ਤੇ ਉਹਨੇ ਜਾਨੀ ਇੱਕ ਪੂਰਨ ਮੁੱਖ ਮੰਤਰੀ ਕਿਸ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਆਪਣੇ ਅਹੁਦੇ ਨੂੰ ਸੰਭਾਲਦਾ ਹੈਗਾ, ਕੀ ਫੈਸਲੇ ਲੱਗਦਾ ਹੈਗਾ। ਔਰ ਕੱਲ ਉਹਨੇ ਵਿਰੋਧੀ ਧਿਰਾਂ ਦੇ ਨਾਲ ਵੀ ਜੋ ਮਤਲਬ ਕਾਰਵਾਈਆਂ ਕੀਤੀਆਂ ਜਾਂਦੀਆਂ ਉਹ ਉੱਥੇ ਹੋਈਆਂ। ਫਿਰ ਜਿਵੇਂ ਇੱਕ ਪੁਲ ਦਾ ਮਾਮਲਾ ਆ ਰਿਹਾ ਸੀਗਾ ਕਿ ਪੁਲ ਬੰਨੀ ਉਹਨੇ ਧਿਆਨ ਚਿੱਤ ਕਰਾਇਆ ਵੀ ਦੇਖੋ ਆ ਪੁਲ ਖਰਾਬ ਆ, ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਖਾਮੀਆਂ ਕਮੀਆਂ ਆ ਉਹਨਾਂ ਵੱਲ ਧਿਆਨ ਦਿਆ। ਔਰ ਸਭ ਤੋਂ ਇੱਕ ਵੱਡੀ ਗੱਲ ਕੀਤੀ ਕਿ ਉਹਨਾਂ ਨੇ ਜਿਵੇਂ ਅਸੀਂ ਬਾਲਾਂ ਦੀ ਗੱਲ ਕਰਦੇ ਹਾਂ, ਬੱਚਿਆਂ ਦੀ ਗੱਲ ਕਰਦੇ ਹਾਂ, ਉਹਨਾਂ ਦੇ ਵਾਸਤੇ ਇੱਕ ਆਰਗੇਨਾਈਜੇਸ਼ਨ ਜਿਹੜੀ ਹੈ ਕਾਇਮ ਕੀਤੀ ਹੈ, ਉਹਦੇ ਵਿੱਚ ਕਰੋੜਾਂ ਦਾ ਫੰਡ ਵੀ ਰੱਖਿਆ ਹੈਗਾ ਕਿ ਉਹਨਾਂ ਬੱਚਿਆਂ ਦੀ ਜਿਹੜੀ ਆ ਸਹਾਇਤਾ ਕੀਤੀ ਜਾਊਗੀ। ਸੋ ਅਸੀਂ ਪਿੱਛੇ ਜੇ ਇੱਕ ਹੋਰ ਵੀ ਦੇਖੇ ਸੀ ਵੀ ਪਿੱਛੇ ਜੇ ਹੋਇਆ ਸੀ ਕਿ ਫਿਰੋਜ਼ਪੁਰ ਦੇ ਵਿੱਚ ਵੀ ਇਹ ਗੱਲ ਹੋਈ ਆ। ਫਿਰੋਜ਼ਪੁਰ ਦੇ DC ਸਾਹਿਬ ਸੀਗੇ ਚੰਦਰ ਜੀ, ਉਹਨਾਂ ਨੇ ਵੀ ਉੱਥੋਂ ਦੀ ਇੱਕ ਬੱਚੀ ਨੂੰ ਜਿਹੜਾ ਸੀਗਾ ਇੱਕ ਦਿਨ ਦੇ ਲਈ ਉਹਨਾਂ ਨੇ DC ਦੇ ਉਹਦੇ ਉੱਤੇ ਬਿਠਾਇਆ ਸੀ। ਤੁਹਾਨੂੰ ਪਤਾ ਲੱਗਿਆ ਪਤਾ ਸੀਗਾ। ਤੇ ਇਹ ਗੱਲਾਂ ਜਦੋਂ ਨਿਕਲ ਕੇ ਸਾਹਮਣੇ ਆਉਂਦੀਆਂ ਕਿਤੇ ਨਾ ਕਿਤੇ ਮਾਣ ਵੀ ਮਹਿਸੂਸ ਹੁੰਦਾ ਕਿ ਸਾਡੇ ਦੇਸ਼ ਦੇ ਵਿੱਚ ਅਜਿਹੀਆਂ ਚੀਜ਼ਾਂ ਵੀ ਹੋ ਸਕਦੀਆਂ ਨੇ ਜਿਨ੍ਹਾਂ ਦੀ ਕਦੇ ਉਮੀਦ ਨਹੀਂ ਕੀਤੀ ਜਾ ਸਕਦੀ। ਪਰ ਜਦੋਂ ਇਹ ਹੁੰਦੀਆਂ ਨੇ ਤੇ ਫਿਰ ਇੱਕ ਜਿਹੜੀ ਆਸ ਆ ਉਹ ਪੈਦਾ ਹੋ ਜਾਂਦੀ ਕਿ ਨਹੀਂ, ਕਿਤੇ ਨਾ ਕਿਤੇ ਅੱਜ ਵੀ ਸਾਡੀ ਰਾਜਨੀਤੀ ਹੈ ਜਿਹੜੀ ਚਾਹੇ ਗੰਦਲੀ ਹੋ ਚੁੱਕੀ ਆ, ਪਰ ਕਿਤੇ ਨਾ ਕਿਤੇ ਫਿਰ ਵੀ ਜਿਹੜੀ ਕੋਈ ਨਾ ਕੋਈ ਇਹੋ ਜਿਹਾ ਹੈਗਾ ਸੂਚਨਾ ਮਿਲ ਜਾਂਦੀ ਹੈਗੀ ਆ ਜਿਹੜੀ ਦਿਲ ਨੂੰ ਸਕੂਨ ਦੇ ਦਿੰਦੀ ਆ। ਤੇ ਨਾਲ ਹੀ ਨਾਲ ਗੱਲ ਕਰ ਲੈਂਦੇ ਆ ਅੱਜ ਜਿਹੜੀ ਇੱਕ ਵੋਟਰ ਜਿਹੜੇ ਆਪਣੇ ਜਿਹੜਾ ਆਪਣਾ ਵੋਟਰ ਕਾਰਡ ਆ, ਵੋਟਰ ਕਾਰਡ ਆ ਜਿਹੜੇ ਉਹ ਬਣਨੇ ਸ਼ੁਰੂ ਹੋ ਚੁੱਕੇ ਆ। ਉਹ ਜਿਹੜਾ ਫੈਸਲਾ ਲੈ ਲਿਆ ਗਿਆ ਕੀ ਪੂਰਾ ਮਾਮਲਾ ਹੈ, ਜੇ ਇਸ ਪ੍ਰੋਸੈਸ ਦੇ ਵਿੱਚ ਕੀ ਹੋਵੇਗਾ? ਬਿਲਕੁਲ ਜੀ, ਇਹ ਵੋਟਰ ਕਾਰਡ ਜਿਹੜੇ ਆ ਉਹ ਫੈਸਲਾ ਕਰ ਲਿੱਤਾ ਗਿਆ ਕਿ ਹੁਣ ਜਦੋਂ ਅਸੀਂ ਇੰਟਰਨੈਟ ਦੇ ਜ਼ਰੀਏ ਚਾਹੇ ਆਪਣੇ ਮੋਬਾਈਲ ਦੇ ਜ਼ਰੀਏ ਦੀ ਗੱਲ ਕਰ ਲਈਏ ਜਾਂ ਕੰਪਿਊਟਰ ਦੇ ਉੱਤੇ ਉਹਦੀ ਜਿਹੜੇ ਪ੍ਰਿੰਟ ਆ ਉਹ ਕੱਢ ਸਕਦੇ ਹਾਂ, ਉਹਦੀ PDF ਵੀ ਜਿਹੜੀ ਆ ਬਣ ਸਕਦੀ ਹੈ। ਕਿਉਂਕਿ ਪਹਿਲਾਂ ਸਾਨੂੰ ਬਹੁਤ ਮੁਸ਼ਕਲ ਹੁੰਦੀ ਸੀ ਕਿ ਜਿਹੜੇ ਵੋਟਰ ਕਾਰਡ ਹੈਗਾ ਜੇ ਅਸੀਂ ਕਿਸੇ ਨੂੰ ਉਹ ਭੇਜਣੇ ਵੀ ਆ ਤੇ ਸਾਨੂੰ ਮੁਸ਼ਕਲ ਹੁੰਦੀ ਕਿ ਪਹਿਲਾਂ ਉਹਦੀ ਜਿਹੜੀ ਕਾਪੀ ਆ ਫੋਟੋ ਸਟੇਟ ਲੈਣ ਜਾਓ ਜੀ ਕਰੋ। ਹੁਣ ਜਦੋਂ ਅਸੀਂ ਮੇਲ ਦੇ ਜ਼ਰੀਏ ਮੇਲ ਦੇ ਜ਼ਰੀਏ ਜਦੋਂ ਕੋਈ ਚੀਜ਼ ਭੇਜਦੇ ਸੀ ਤਾਂ ਡਾਕੂਮੈਂਟ ਦੇ ਵਿੱਚ ਉਹਦੀ ਫਿਰ ਕਾਪੀ ਸਾਨੂੰ ਫਿਰ ਉੱਥੇ ਜਿਹੜੀ ਆ ਕਰਕੇ ਲਾਉਣੀ ਪੈਂਦੀ ਸੀ। ਪਰ ਹੁਣ ਇਹ ਆ ਕਿ ਤੁਸੀਂ ਸਿੱਧੇ ਤਰੀਕੇ ਨਾਲ ਜਿਹੜਾ ਈ-ਕਮਰਸ ਦੇ ਜ਼ਰੀਏ ਇਸ ਚੀਜ਼ ਨੂੰ ਜਿਹੜਾ ਆ ਖੋਲ੍ਹ ਸਕਦੇ ਹੋ। ਇਸ ਚੀਜ਼ ਨੂੰ ਜਿਹੜਾ ਆ ਤੁਸੀਂ ਕਿਸੇ ਵੀ ਜਗ੍ਹਾ ਤੇ ਵਰਤ ਸਕਦੇ ਹੋ। ਪਰ ਇੱਕ ਚੀਜ਼ ਜਿਹੜੀ ਸੀ ਵੀ ਉਹ ਨਹੀਂ ਹੋਊਗੀ, ਉਹ ਇਹ ਨਹੀਂ ਹੋਊਗੀ, ਕਿਉਂਕਿ ਅਸਲ ਦੇ ਵਿੱਚ ਇਹ ਹੁੰਦਾ ਕਿ ਜਿਹੜੇ ਵੋਟਰ ਕਾਰਡ ਨੇ ਕਈ ਵਾਰੀ ਲੋਕਾਂ ਨੇ ਛੇੜਖਾਨੀਆਂ ਵੀ ਕੀਤੀਆਂ, ਪਰ ਇਹਦੇ ਵਿੱਚ ਇੱਕ ਸੇਫਟੀ ਜਿਹੜੀ ਉਹ ਸਭ ਤੋਂ ਵੱਡੀ ਆਊਗੀ। ਉਹ ਸੇਫਟੀ ਇਹੀ ਆ ਕਿ ਤੁਸੀਂ ਉਹਦੀ ਜਿਹੜੀਆਂ ਤਸਵੀਰਾਂ ਜਾਂ ਜਿਹੜਾ ਉਹਦਾ ਡਾਟਾ ਉਹਦੇ ਨਾਲ ਛੇੜਖਾਨੀ ਨਹੀਂ ਕਰ ਸਕਦੇਗੇ। ਤਾਂ ਇਹ ਇੱਕ ਜਿਹੜਾ ਨਵਾਂ ਸੂਚਨਾ ਜਿਹੜੀ ਪ੍ਰਾਈਵੇਸੀ ਦਾ ਵੀ ਮਤਲਬ ਪੂਰਾ ਧਿਆਨ ਰੱਖਿਆ, ਬਿਲਕੁਲ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ। ਦੇਖੋ ਅਗਰ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੈੱਟ ਦੇ ਉੱਤੇ ਆ ਜਾਂਦੀਆਂ ਹੈਗੀਆਂ ਔਰ ਇਸ ਤਰੀਕੇ ਜੋ ਸਾਨੂੰ ਸਹੂਲਤ ਮਿਲੀ ਹੈ, ਜੇ ਉਹਦੇ ਵਿੱਚ ਫਿਰ ਵੀ ਕੋਈ ਗੜਬੜ ਦੀ ਛੱਡਣ ਦੀ ਗੱਲ ਆਉਂਦੀ ਤਾਂ ਮੇਰਾ ਖਿਆਲ ਹੈ ਤਾਂ ਫਿਰ ਉਹ ਗੱਲ ਰਹਿ ਨਹੀਂ ਜਾਂਦੀ। ਇਸ ਕਰਕੇ ਇੱਕ ਬਹੁਤ ਵਧੀਆ ਜਿਹੜਾ ਉਪਰਾਲਾ ਹੈ ਉਹ ਕੀਤਾ ਹੈ, ਉਹਦਾ ਸਵਾਗਤ ਕਰਨਾ ਬਣਦਾ ਹੈ ਜੀ। ਇਸ ਤੋਂ ਬਾਅਦ ਫਿਰ ਦੁਬਾਰਾ ਆਪਾਂ ਕਿਸਾਨਾਂ ਵੱਲ ਆ ਜਾਂਦੇ ਹਾਂ। ਇੱਕ ਵੱਡੀ ਗੱਲ ਸਾਹਮਣੇ ਆਈ ਕਿ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਦੇਸੀ ਜੁਗਾੜ ਆ ਜਿਹੜੇ ਦਿੱਲੀ ਦੇ ਵਿੱਚ ਅਪਣਾ ਲਿਆ। ਮੈਂ ਦੇਖਿਆ ਕਿ ਤਸਵੀਰਾਂ ਵੀ ਦੇਖੀਆਂ ਨੇ, ਉਹ ਦੇਖ ਕੇ ਨਾ ਮੈਨੂੰ ਇੱਕ ਗੱਲ ਯਾਦ ਆਉਂਦੀ ਆ ਕਿ ਜਦੋਂ ਆਪਣੇ ਖੇਤਾਂ ਦੇ ਵਿੱਚ ਨਾ ਕਿਸੇ ਮੱਕੀ ਦੀ ਫਸਲ ਲਗਾਈ ਹੋਵੇ ਜਾਂ ਫਿਰ ਆਪਾਂ ਅਜਿਹੀ ਫਸਲ ਲਗਾਈ ਹੋਵੇ ਜਿਹੜੀ ਪੰਛੀ ਖਰਾਬ ਕਰ ਦਿੰਦੇ ਆ, ਤਾਂ ਉਹਨਾਂ ਨੂੰ ਲੈ ਕੇ ਆਪਣੇ ਪਿੰਡਾਂ ਦੇ ਵਿੱਚ ਉਹ ਛੱਤ ਬਣਾਈ ਜਾਂਦੀ ਹੈ ਤੇ ਉੱਥੇ ਬਹਿ ਕੇ ਨਿਗਾਹ ਰੱਖੀ ਜਾਂਦੀ ਆ ਸੁਰੱਖਿਆ ਦੇ ਲਈ। ਉੱਥੇ ਕਣਕਾਂ ਦੀ ਸੁਰੱਖਿਆ, ਮੱਕੀ ਦੀ ਸੁਰੱਖਿਆ ਕੀਤੀ ਜਾਂਦੀ ਹੈ ਤੇ ਇੱਥੇ ਬਾਰਡਰਾਂ ਦੀ ਸੁਰੱਖਿਆ ਹੋ ਰਹੀ ਹੈ। ਬਾਰਡਰਾਂ ਦੀ ਸੁਰੱਖਿਆ ਵੀ ਹੋ ਰਹੀ ਆ। ਮੈਨੂੰ ਇੱਕ ਤੇ ਗੱਲ ਯਾਦ ਆਈ ਹੈ ਕਿ ਇਸ ਵਕਤ ਜਿਹੜਾ ਹੈਗਾ ਵੱਡੇ ਪੱਧਰ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਸਮਾਜ ਸੇਵਾ ਦੀ ਗੱਲ ਮੈਂ ਕਹਾਂ ਕਿ ਸਮਾਜ ਸੇਵਾ ਕਰਨ ਦੇ ਵਿੱਚ ਸਾਡੇ ਪੰਜਾਬੀ ਜਿਹੜੇ ਆ ਬਹੁਤ ਅੱਗੇ ਆ। ਹੁਣ ਉੱਥੇ ਇੱਕ ਸਮਾਜ ਸੇਵਾ ਵੀ ਕੀਤੀ ਜਾ ਰਹੀ ਹੈ। ਜਿਹੜੇ ਕਿਸਾਨ ਉੱਥੇ ਸ਼ਾਮਲ ਹੋਏ ਆ, ਜਿਵੇਂ ਕਿ ਸਿੰਮੀ ਜੀ ਹੁਣਾਂ ਨੇ ਜ਼ਿਕਰ ਕੀਤਾ ਹੈਗਾ ਕਿ ਖੇਤਾਂ ਦੇ ਵਿੱਚ ਜਿਹੜੇ ਸੀਗੇ ਫਸਲਾਂ ਦੀ ਰਾਖੀ ਲਈ ਮਣੇ ਬਣਾਏ ਜਾਂਦੇ ਹੁੰਦੇ ਸੀ। ਮਣੇ ਅਸੀਂ ਆਮ ਦੇਖਦੇ ਹੁੰਦੇ ਸੀਗੇ, ਇੱਕ ਮਚਾਣ ਵੀ ਕਿਹਾ ਜਾਂਦਾ ਦੇਸ਼ ਦੇ ਵਿੱਚ ਕਿ ਚਾਰ ਜਿਹੜੇ ਸੀਗੇ ਉਹ ਜਿਹੜੇ ਸੀਗੇ ਪੋਲ ਗੱਡੇ ਹੁੰਦੇ ਸੀ, ਉਹਨਾਂ ਦੇ ਉੱਤੇ ਇੱਕ ਜਿਹੜਾ ਛਤੜਾ ਪਾਇਆ ਜਾਂਦਾ ਸੀ, ਨਾਲ ਪੌੜੀ ਲਾਈ ਜਾਂਦੀ ਸੀ, ਫਿਰ ਉੱਤੇ ਬੈਠੇ ਜਾਂਦੇ ਸੀ। ਜਾਂ ਇੱਕ ਇਹ ਹੁੰਦਾ ਸੀ ਵੀ ਹੱਥ ਵਿੱਚ ਗੋਪੀਆ ਫੜ ਕੇ ਜਿਹੜੇ ਚਿੜੀਆਂ ਤੋਂ ਉੱਤੇ ਉਡਾਏ ਜਾਂਦੇ ਸੀ, ਫਸਲਾਂ ਦਾ ਨੁਕਸਾਨ ਨਾ ਕਰ ਲੈਣਾ। ਬਈ ਹੁਣ ਵੀ ਨੁਕਸਾਨ ਵਾਲੀ ਜਿਹੜੀ ਗੱਲ ਹੈਗੀ ਉਹ ਉਦੋਂ ਸੁਰੱਖਿਆ ਮੱਦੇਨਜ਼ਰ ਉੱਥੇ ਵੀ ਜਿਹੜੇ ਕਿਸਾਨ ਬੈਠੇ ਨਾ
ਉਹਨਾਂ ਦਾ ਕਹਿਣਾ ਹੈ ਵੀ ਭਾਈ ਜੇ ਅਸੀਂ ਖੇਤਾਂ ਦੇ ਵਿੱਚ ਇਸ ਤਰੀਕੇ ਨਾਲ ਆਪਦੇ ਫਸਲ ਦੀ ਜਿਹੜੀ ਆ ਰਾਖੀ ਕਰ ਸਕਦੇ ਤਾਂ ਸਾਨੂੰ ਇੱਥੇ ਵੀ ਰਾਖੀ ਜਿਹੜੀ ਆ ਕਰਨ ਲਈ ਉਸੇ ਤਰੀਕੇ ਦੇ ਨਾਲ ਹੀ ਨਿੱਤਰਨਾ ਪਊਗਾ। ਔਰ ਉਹ ਨਿੱਤਰਿਆ ਇਸ ਟਾਈਮ ਉੱਥੇ ਜਿਹੜੀਆਂ ਨਾ ਦਿੱਲੀ ਦੇ ਵਿੱਚ ਵੱਖ-ਵੱਖ ਰੂਟਾਂ ਦੇ ਉੱਤੇ ਜਿੱਥੇ ਜਿੱਥੇ ਵੀ ਇਹ ਵਲੰਟੀਅਰ ਵੀ ਲਾਏ ਗਏ ਆ, ਉੱਥੇ ਹੀ ਕਿਸਾਨ ਜਿਹੜੇ ਆ ਇਸੇ ਤਰ੍ਹਾਂ ਦੀਆਂ ਜਿਹੜੀਆਂ ਮਚਾਣ ਆ, ਇਸ ਤਰ੍ਹਾਂ ਦੇ ਜਿਹੜੇ ਬਣੇ ਬਣਾ ਕੇ ਦਰਖਤਾਂ ਉੱਤੇ ਬੈਠਿਆ, ਜਿੱਥੇ ਉੱਤੋਂ ਨਿਗਰਾਨੀ ਜਿਹੜੀ ਆ ਉਹਨਾਂ ਨੂੰ ਕੀਤੀ ਜਾ ਰਹੀ। ਉਸ ਨਿਗਰਾਨੀ 'ਚ ਉਹ ਦੇਖ ਰਹੇ ਆ, ਉਹ ਦੇਖ ਰਹੇ ਆ ਕਿ ਜਿਹੜੇ ਇੱਥੋਂ ਲੰਘ ਰਹੇ ਆ, ਆਵਾਜਾਈ ਹੋ ਰਹੀ ਆ, ਟਰੈਕਟਰ ਟਰਾਲੀਆਂ ਜਿਹੜੀਆਂ ਉਹ ਨਿਕਲ ਰਹੀਆਂ, ਔਰ ਉਹਨਾਂ ਟਰੈਕਟਰ ਟਰਾਲੀਆਂ ਦੇ ਨਾਲ ਜਿਹੜੀ ਇੰਨੀ ਭੀੜ ਜਾ ਰਹੀ ਆ, ਭੀੜ ਦੇ ਵਿੱਚ ਕੋਈ ਜਿਹੜੀ ਗੜਬੜ ਆ ਉਹ ਨਾ ਕਰੇ। ਇਸ ਨੂੰ ਮੱਦੇਨਜ਼ਰ ਰੱਖ ਹੀ ਉਹ ਆਪਣੇ ਦੇਸੀ ਜੁਗਾੜ ਦੇ ਨਾਲ ਜਿਹੜੇ ਹੈਗਾ ਉਹ ਨਿਗਾਹ ਰੱਖੀ ਹੋਈ ਆ। ਸੋ ਉਮੀਦ ਕਰਦੇ ਆ ਕਿ ਇਸ ਤਰ੍ਹਾਂ ਦੀ ਜਿਹੜੀ ਸਹੂਲਤ ਸਾਨੂੰ ਮਿਲ ਰਹੀ ਆ ਔਰ ਪੂਰੇ ਅਮਨ ਔਰ ਸ਼ਾਂਤੀ ਨਾਲ ਜਿਹੜੀ ਆ ਇਹ ਪਰੇਡ ਜਿਹੜੀ ਆ 26 ਜਨਵਰੀ ਨੂੰ ਨਿਕਲੂਗੀ ਔਰ ਇੱਕ ਇਤਿਹਾਸਕ ਜਿਹੜਾ ਆ ਮੌਕਾ ਸਾਡੇ ਲਈ ਬਣੇਗਾ। ਕਹਿੰਦੇ ਜਦੋਂ ਇਹ ਕੋਈ ਅਣਪਛਾਤਾ ਵਿਅਕਤੀ ਦੇਖਦੇ ਨੇ ਨਾਲ ਦੇ ਨਾਲ ਅਲਾਰਮ ਵੀ ਮਾਰਨ ਦੇ ਬਿਲਕੁਲ ਹਾਂ, ਇਹ ਗੱਲ ਜ਼ਰੂਰ ਹੈਗੀ ਆ। ਅਲਾਰਮ ਉਹਨਾਂ ਨੇ ਰੱਖਿਆ ਹੋਇਆ ਕਿਉਂਕਿ ਉਹ ਸਾਰੇ ਪ੍ਰਬੰਧ ਕਰ ਰੱਖੇ ਨੇ, ਪਤਾ ਤਾਂ ਲੱਗੇ ਇੱਕ ਸੂਚਨਾ ਇੱਕ ਤੋਂ ਦੂਜੇ ਇੱਕ ਨੈਟਵਰਕ ਜਿਹੜਾ ਉਹ ਉਹਨਾਂ ਨੇ ਬਣਾ ਕੇ ਰੱਖਿਆ ਹੋਇਆ। ਜਾਂਦੇ ਕਵਲ ਜੀ ਆਪਾਂ ਇਤਿਹਾਸ ਤੇ ਵੀ ਜਿਹੜਾ ਇੱਕ ਝਾਤ ਮਾਰ ਲੈਂਦੇ ਆ, ਅੱਜ ਦੇ ਇਤਿਹਾਸ ਦੇ ਵਿੱਚ ਕੀ ਕੁਝ ਖਾਸ ਰਿਹਾ ਸੀ? ਬਿਲਕੁਲ ਜੀ, ਇਤਿਹਾਸ ਮਨੀ ਝਾਤੀ ਮਾਰੀਏ ਤਾਂ ਮਦਰ ਟਰੇਸਾ ਦਾ ਨਾਂ ਤੁਸੀਂ ਸਾਰੇ ਹੀ ਜਾਣਦੇ ਹੋ। ਅੱਜ ਦੇ ਦਿਨ ਹੀ 1980 ਦੇ ਵਿੱਚ ਮਦਰ ਟਰੇਸਾ ਨੂੰ ਭਾਰਤ ਰਤਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਔਰ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਦੇਣ ਸੀ ਕਿ ਇੱਕ ਅੰਗਰੇਜ਼ ਔਰਤ ਕਿਸ ਤਰੀਕੇ ਨਾਲ ਸਾਡੇ ਦੇਸ਼ ਵਿੱਚ ਆਉਂਦੀ ਆ ਔਰ ਇੱਥੋਂ ਦੇ ਆ ਕੇ ਜਿਹੜੇ ਗਰੀਬ ਝੁੱਗੀ ਝੌਂਪੜੀਆਂ ਵਾਲੇ ਆ ਔਰ ਲਾਚਾਰ ਮਜਬੂਰ ਲੋਕ ਆ, ਕਿਵੇਂ ਉਹਨਾਂ ਨੂੰ ਗਲੇ ਲਗਾਇਆ ਔਰ ਤਮਾਮ ਉਮਰ ਉਹਨਾਂ ਨੇ ਉਹਨਾਂ ਦੀ ਸੇਵਾ ਕਰਦਿਆਂ ਗੁਜ਼ਾਰੀ। ਸੋ ਮਦਰ ਟਰੇਸਾ ਫਿਰ ਉਹ ਭਾਰਤ ਦੀ ਵਸਨੀਕ ਹੀ ਬਣ ਕੇ ਰਹਿ ਗਏ ਤੇ ਇੱਥੇ ਹੀ ਉਹ ਪੂਰੇ ਹੋ ਗਏ। ਬਾਅਦ ਵਿੱਚ ਬੇਸ਼ੱਕ ਉਹਨਾਂ ਨੂੰ ਸ਼ਾਂਤ ਦੀ ਉਪਾਧੀ ਜਿਹੜੀ ਆ ਦਿੱਤੀ ਗਈ ਆ। ਦੂਸਰੇ ਪਾਸੇ ਅਸੀਂ ਇੱਕ ਹੋਰ ਗੱਲ ਕਰਾਂਗੇ, ਅਰਜਨ ਸਿੰਘ ਜਿਹੜੇ ਕਿ ਭਾਰਤੀ ਸੈਨਾ ਦੇ ਮਾਰਸ਼ਲ ਬਣਾਏ ਗਏ ਸੀਗੇ, ਉਹਨਾਂ ਦੀ ਅਸੀਂ ਗੱਲ ਕਰੀਏ ਤਾਂ 에ਅਰ ਮਾਰਸ਼ਲ ਬਣਾਏ ਗਏ ਸੀ। ਇਹ 2002 ਦੇ ਵਿੱਚ ਜਿਹੜਾ ਸੀਗਾ ਉਹਨਾਂ ਨੂੰ 에ਅਰ ਮਾਰਸ਼ਲ ਜਿਹੜਾ ਸੀਗਾ ਬਣਾਇਆ ਗਿਆ ਸੀਗਾ ਔਰ ਅਰਜਨ ਸਿੰਘ ਜਿਹੜਾ ਸੀਗਾ ਭਾਰਤੀ 에ਅਰ ਫੋਰਸ ਦਾ ਮਾਣ ਸੀਗੇ। ਤੇ ਨਾਲ ਹੀ ਇੱਕ ਹੋਰ ਮੈਂ ਗੱਲ ਕਰਦਾ ਕਿ ਤੀਸਰਾ ਜਿਹੜਾ ਸੀ 2009 ਦੇ ਵਿੱਚ ਸਰਕਾਰ ਨੇ ਇੱਕ ਹੋਰ ਫੈਸਲਾ ਕੀਤਾ ਸੀ। ਉਹ ਫੈਸਲਾ ਇਹ ਸੀਗਾ ਕਿ ਇਸ ਦਿਨ ਜਿਹੜੇ ਸੀਗੇ ਸਰਕਾਰ ਨੇ, ਕੇਂਦਰ ਸਰਕਾਰ ਨੇ ਪਦਮ ਭੂਸ਼ਣ ਤੇ ਪਦਮ ਸ਼੍ਰੀ ਜਿਹੜੇ ਅਵਾਰਡ ਸੀਗੇ ਉਹ ਸ਼ੁਰੂ ਕੀਤੇ ਸੀ ਔਰ ਉਸ ਤੋਂ ਬਾਅਦ ਬਦਸਤੂਰ ਇਹ ਅਵਾਰਡ ਜਿਹੜੇ ਆ ਉਹ ਦਿੱਤੇ ਜਾ ਰਹੇ ਆ। ਸੋ ਅੱਜ ਦਾ ਜਿਹੜਾ ਇਤਿਹਾਸਕ ਪੱਖ ਦਾ ਵੀ ਬਹੁਤ ਮਹੱਤਵ ਹੈ। ਮੇਰੇ ਖਿਆਲ ਹੈ ਕਿ ਹੁਣ ਆਪਾਂ ਸਮੇਂ ਮੰਨੀ ਵੀ ਝਾਤੀ ਮਾਰ ਲਈਏ। ਜੀ ਬਿਲਕੁਲ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਹੁਣ ਆਪਾਂ ਨੂੰ ਦਰਸ਼ਕਾਂ ਨੂੰ ਬਾਏ ਬਾਏ ਟਾਟਾ ਕਹਿਣੀ ਪਊਗੀ, ਪਰ ਕੱਲ ਫੇਰ ਦੁਬਾਰਾ ਇਸੇ ਸਮੇਂ ਇਸੇ ਸ਼ੋਅ ਦੇ ਵਿੱਚ ਤੁਹਾਡੇ ਲਈ ਹੋਰ ਗੱਲਾਂ ਬਾਤਾਂ ਤੇ ਹੋਰ ਪੱਖ ਲੈ ਕੇ ਆਵਾਂਗੇ, ਕਿਉਂਕਿ ਕੱਲ ਤਾਂ ਬਹੁਤ ਖਾਸ ਦਿਨ ਹੈ ਤੇ ਖਾਸ ਸਾਡੀਆਂ ਸ਼ੁਭ ਕਾਮਨਾ ਵੀ ਆ ਔਰ ਤੁਸੀਂ ਆਪਣਾ ਧਿਆਨ ਰੱਖੋ ਔਰ ਪੂਰੇ ਸਲੀਕੇ ਤਰੀਕੇ ਦੇ ਨਾਲ ਇਸ ਰੈਲੀ ਵਿੱਚ ਸ਼ਾਮਲ ਹੋ ਕੇ ਰੈਲੀ ਦਾ ਮਾਣ ਵੀ ਵਧਾਓ, ਪੰਜਾਬ ਦਾ ਮਾਣ ਵੀ ਵਧਾਓ ਔਰ ਕਿਸਾਨ ਅੰਦੋਲਨ ਦੀ ਇਸ ਮਿਸ਼ਨ ਨੂੰ ਸਫਲ ਬਣਾਓ। ਅਸੀਂ ਇੱਥੇ ਬਹਿ ਕੇ ਤੁਹਾਡੇ ਨਾਲ ਜੁੜੇ ਰਹਾਂਗੇ। ਆਉਣ ਵਾਲੇ ਕੱਲ ਦੇ ਵਿੱਚ ਫਿਰ ਦੁਬਾਰਾ ਇਸੇ ਸ਼ੋਅ ਸਾਂਝ ਸਵੇਰ ਦੇ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।